ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬੜੇ ਦਿਨਾਂ ਦੇ ਸੰਗਤਾਂ ਦੇ ਕਮੈਂਟ ਆ ਰਹੇ ਸੀ, ਪੁੱਛ ਰਹੇ ਸੀ ਫੋਨ 'ਤੇ ਵੀ ਕਿ ਸ਼ਰਾਧ ਕੀ ਚੀਜ਼ ਹੁੰਦੇ ਆ, ਪਿੱਤਰ ਕੀ ਚੀਜ਼ ਹੁੰਦੇ ਆ, ਅਤੇ ਇਹ ਸ਼ਰਾਧ ਕਰਨੇ ਕੀ ਗੁਰਮਤ ਅਨੁਸਾਰ ਜ਼ਰੂਰੀ ਹਨ, ਅਤੇ ਗੁਰਮਤ ਅਨੁਸਾਰ ਪਿੱਤਰਾਂ ਦਾ ਉਧਾਰ, ਪਿੱਤਰ ਦੋਸ਼ ਕੀ ਹੈ। ਸੋ ਇਹ ਜਿਹੜੀਆਂ ਵਿਚਾਰਾਂ ਨੇ, ਇਹਨਾਂ ਦੇ ਉੱਤੇ ਜਿਹੜੀ ਅੱਜ ਆਪਾਂ ਵੀਡੀਓ ਦੇ ਵਿੱਚ ਚਰਚਾ ਕਰਨੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ, ਕਿਉਂਕਿ ਜਿੰਨਾ ਚਿਰ ਅਸੀਂ ਸਾਰੀ ਵੀਡੀਓ ਸੰਪੂਰਨ ਸੁਣਦੇ ਨਹੀਂ, ਉਹਨਾਂ ਚਿਰ ਜਿਹੜੀ ਹੈ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ। ਦੂਸਰੀ ਬੇਨਤੀ ਕਿ ਕੋਸ਼ਿਸ਼ ਤਾਂ ਬੜੀ ਕਰੀਦੀ ਹੈ ਕਿ ਵੀਡੀਓ ਛੋਟੀ ਬਣਾਈ ਜਾਵੇ, ਪਰ ਜਿੰਨਾ ਚਿਰ ਇਹ ਵਿਸ਼ੇ ਆ ਇਹਨਾਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਨਾ ਹੋ ਸਕੇ ਅਤੇ ਫਿਰ ਉਹਨਾਂ ਚਿਰ ਗੱਲ ਜਿਹੜੀ ਉਹ ਪੂਰੀ ਸਮਝ ਵਿੱਚ ਨਹੀਂ ਆਉਂਦੀ। ਇਸ ਵਾਸਤੇ ਜਿਹੜੀ ਵੀਡੀਓ ਹੈ ਉਹ ਲੰਬੀ ਹੋ ਜਾਂਦੀ। ਸੋ ਵਿਚਾਰ ਨੂੰ ਸਾਰੀ ਨੂੰ ਸੰਪੂਰਨ ਸੁਣਨਾ ਬਹੁਤ ਜ਼ਰੂਰੀ ਹੈ। ਸੋ ਵਿਚਾਰ ਸ਼ੁਰੂ ਕਰਦੇ ਹਾਂ। ਸ਼ਰਾਧ ਕੀ ਚੀਜ਼ ਹੈ? ਇਹ ਸਾਧ ਸੰਗਤ ਜੀ, ਹਰ ਇੱਕ ਧਰਮ ਦੀ ਆਪੋ ਆਪਣੀ ਮਰਿਆਦਾ, ਉਹਦੇ ਕਾਨੂੰਨ ਆ, ਉਹਦਾ ਨਿਯਮ ਆ। ਜਿੰਨੇ ਵੀ ਸੰਸਾਰ ਦੇ ਉੱਤੇ ਧਰਮ ਆ ਉਹ ਸਾਰੇ ਸਤਿਕਾਰਯੋਗ ਆ, ਮਾੜਾ ਕੋਈ ਵੀ ਨਹੀਂ। ਹਰ ਇੱਕ ਧਰਮ ਦੀ ਆਪੋ ਆਪਣੀ ਮਰਿਆਦਾ ਹੈ। ਗੁਰੂ ਸਾਹਿਬ ਨੇ ਸਾਰੇ ਧਰਮਾਂ ਨੂੰ ਜਿਹੜਾ ਹੈ ਉਹ ਉਪਦੇਸ਼ ਦਿੱਤਾ, ਅਤੇ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਿਆ। ਪਰ ਜਿੱਥੇ ਗੁਰੂ ਸਾਹਿਬ ਨੂੰ ਲੱਗਾ ਕਿ ਇਹ ਪਖੰਡ ਹੋ ਰਿਹਾ ਸੰਸਾਰ ਦੇ ਉੱਤੇ, ਮਹਾਰਾਜ ਨੇ ਪਖੰਡ ਦਾ ਖੰਡਨ ਕੀਤਾ, ਕਿਸੇ ਵੀ ਧਰਮ ਦਾ ਖੰਡਨ ਨਹੀਂ ਕੀਤਾ। ਇਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਿ ਹਰ ਬੰਦਾ ਆਪੋ ਆਪਣੇ ਧਰਮ ਦੇ ਵਿੱਚ ਪੱਕਾ ਹੋਵੇ। ਇਹਦੇ ਨਾਲ ਜਿਹੜਾ ਹੈ ਮਨੁੱਖ ਦੀ ਗਤ ਕਲਿਆਣ ਹੁੰਦੀ ਹੈ ਅਤੇ ਰੱਬ ਵੀ ਉਹਦੇ 'ਤੇ ਪ੍ਰਸੰਨ ਹੁੰਦਾ। ਸੋ ਇਹ ਜਿਹੜੇ ਸ਼ਰਾਧ ਹੈ ਇਹ ਪੁਰਾਤਨ ਸਨਾਤਨ ਮਰਿਆਦਾ ਅਨੁਸਾਰ ਜਿਹੜਾ ਹਿੰਦੂ ਮਤ ਦੇ ਵਿੱਚ ਮਨਾਏ ਜਾਂਦੇ ਹੈ। ਉਹਨਾਂ ਦੇ ਸ਼ਾਸਤਰਾਂ ਦੇ ਕਹਿ ਲਓ, ਪੁਰਾਣਾਂ ਦੇ ਆਧਾਰ 'ਤੇ, ਜਿਵੇਂ ਕਿ ਗਰੜ ਪੁਰਾਣ ਦੇ ਵਿੱਚ ਕਹਿ ਸਕਦੇ ਹਾਂ ਆਧਾਰ 'ਤੇ, ਕਿ ਸ਼ਾਸਤਰਾਂ ਦੇ ਆਧਾਰ 'ਤੇ ਕਿ ਜਿਵੇਂ ਵਿਸ਼ਨੂੰ ਜੀ ਕੋਲ ਕਹਿੰਦੇ ਵੀ ਜਿਹੜੇ ਪਿੱਤਰ ਸੀ, ਜਾਂ ਕਹਿ ਸਕਦੇ ਹਾਂ ਆਪਣੇ ਪਰਿਵਾਰ ਦੇ ਵਿੱਚ ਜਿਵੇਂ ਕੋਈ ਪਹਿਲਾਂ ਹੋ ਗੁਜ਼ਰੇ ਹੋਣ, ਜਿਨ੍ਹਾਂ ਨੂੰ ਆਪਾਂ ਵੱਡ ਵਡੇਰੇ ਕਹਿ ਦਿੰਦੇ, ਕੋਈ ਜਠੇਰੇ ਕਹਿ ਦਿੰਦਾ, ਕੋਈ ਘਰ ਦੇ ਬਜ਼ੁਰਗ ਕਹਿ ਦਿੰਦਾ, ਜਾਂ ਇਹ ਜਿਹੜੇ ਕਹਿੰਦੇ ਇਕੱਠੇ ਹੋ ਕਰਕੇ ਗਏ, ਅਤੇ ਇਹ ਸਾਰੇ ਜਿਵੇਂ ਸਵਰਗ ਲੋਕ ਦੇ ਵਿੱਚ ਰਹਿੰਦੇ ਉਵੇਂ ਕਹਿੰਦੇ ਪਿੱਤਰ ਲੋਕ ਹੈ, ਉੱਥੇ ਰਹਿੰਦੇ ਸਾਰੇ ਇਕੱਠੇ ਹੋ ਕੇ ਗਏ, ਅਤੇ ਕਹਿੰਦੇ ਕਿ ਅਸੀਂ ਸੰਸਾਰ 'ਤੇ ਜਾਣਾ ਚਾਹੁੰਦੇ ਹਾਂ, ਅਤੇ ਅਸੀਂ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਾਂ, ਅਤੇ ਉਹਨਾਂ ਦੇ ਨਾਲ ਰਹਿ ਕੇ ਜਿਹੜਾ ਹੈ ਅਸੀਂ ਖਾਣਾ ਪੀਣਾ ਚਾਹੁੰਦੇ ਹਾਂ। ਅਤੇ ਕਹਿੰਦੇ ਕਿ ਉੱਥੇ ਵਿਸ਼ਨੂੰ ਜੀ ਨੇ ਕਿਹਾ ਕਿ ਚਲੋ ਠੀਕ ਹੈ, ਤੁਹਾਨੂੰ ਭੇਜ ਦਿੰਦੇ ਹਾਂ। ਇਸ ਵਾਸਤੇ ਉਹਨਾਂ ਨੇ ਇੱਕ ਦਿਨ ਦਾ ਸਮਾਂ ਮੁਕਰਰ ਕਰਤਾ, ਜਿਹੜਾ ਕਿ ਅੱਸੂ ਦੇ ਮਹੀਨੇ ਦੇ ਵਿੱਚ ਆਉਂਦਾ, ਭਾਵ ਕਿ ਪੂਰਨਮਾਸ਼ੀ ਤੋਂ ਅਗਲੇ ਦਿਨ ਜਿਹੜੇ ਆ ਇਹ 15 ਦਿਨ ਸ਼ਰਾਧ ਚੱਲਣੇ ਆ ਮੱਸਿਆ ਤਾਈਂ। ਅਤੇ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪਿੱਤਰ ਜਨ ਨੇ ਉਹ ਕੋਈ ਕਾਂ ਦਾ ਰੂਪ ਧਾਰ ਕੇ, ਕੋਈ ਗਾਂ ਦਾ ਰੂਪ ਧਾਰ ਕੇ, ਅਤੇ ਕੋਈ ਜਿਹੜਾ ਕੂਕਰ ਕੁੱਤੇ ਦਾ ਰੂਪ ਧਾਰ ਕੇ ਸੰਸਾਰ 'ਤੇ ਆਉਂਦੇ ਹੈ, ਅਤੇ ਆ ਕਰਕੇ ਆਪਣੇ ਪਰਿਵਾਰ ਦੇ ਨਾਲ ਕੋਲੋਂ ਜਿਹੜਾ ਹੈ ਉਹ ਭੋਜਨ ਆਦਿਕ ਵਗੈਰਾ ਛਕ ਕਰਕੇ ਜਾਂਦੇ ਆ। ਪਰ ਗੁਰਮਤਿ ਅਨੁਸਾਰ ਜਿਹੜਾ ਹੈ ਉਹ ਇਹ ਚੀਜ਼ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਜਦੋਂ ਲਾਹੌਰ ਦੇ ਦੂਣੀ ਚੰਦ ਦੇ ਕੋਲ ਗਏ, ਅਤੇ ਸ਼ਹਿਰ ਦੇ ਵਿੱਚ ਉਹ ਆਪਣੇ ਪਿਤਾ ਦੇ ਲਈ, ਉਹ ਪਿੱਤਰਾਂ ਦੇ ਲਈ ਕਹਿ ਸਕਦੇ ਹਾਂ, ਬਜ਼ੁਰਗਾਂ ਦੇ ਲਈ, ਵੱਡ ਵਡੇਰਿਆਂ ਦੇ ਲਈ ਉਹਨੇ ਜਿਹੜਾ ਸੀ ਇੱਕ ਇਸੇ ਤਰ੍ਹਾਂ ਹੀ ਜੱਗ ਕੀਤਾ, ਅਤੇ ਗੁਰੂ ਸਾਹਿਬ ਨੂੰ ਵੀ ਉਹਨੇ ਸੱਦਿਆ, ਅਤੇ ਮਹਾਰਾਜ ਵੀ ਗਏ ਅਤੇ ਕਹਿਣ ਲੱਗੇ ਕਿ ਭਾਈ ਤੂੰ ਇਹ ਕਿਸ ਵਾਸਤੇ ਇਹ ਭੰਡਾਰਾ ਕਰ ਰਿਹਾ? ਅਤੇ ਕਹਿਣ ਲੱਗਾ ਜੀ ਕਿ ਮੈਂ ਆਪਣੇ ਪਿੱਤਰਾਂ ਦੇ ਨਿਮਿੱਤ ਜਿਹੜਾ ਇਹ ਭੰਡਾਰਾ ਕਰ ਰਿਹਾ। ਅਤੇ ਮਹਾਰਾਜ ਕਹਿਣ ਲੱਗੇ ਕਿ ਕੀ ਇਹ ਤੇਰਾ ਕੀਤਾ ਭੰਡਾਰਾ ਜਿਹੜਾ ਉਹ ਪਿੱਤਰਾਂ ਨੂੰ ਪਹੁੰਚ ਗਿਆ? ਅਤੇ ਕਹਿਣ ਲੱਗਾ ਜੀ ਜਜਮਾਨ ਪੰਡਤ ਜਿਹੜੇ ਹੈ ਇਹ ਕਹਿੰਦੇ ਨੇ ਕਿ ਪਹੁੰਚ ਗਿਆ, ਅਤੇ ਪਹੁੰਚ ਗਿਆ ਹੋਵੇਗਾ। ਮਹਾਰਾਜ ਕਹਿਣ ਲੱਗੇ ਕਿ ਨਹੀਂ ਭਾਈ,
ਤੇਰਾ ਜਿਹੜਾ ਪਿਤਾ ਹੈ ਉਹ 3 ਦਿਨਾਂ ਦਾ ਭੁੱਖਾ ਹੈ, ਜੰਗਲ ਦੇ ਵਿੱਚ ਝਾੜੀਆਂ ਦੇ ਵਿੱਚ ਬਘਿਆੜ ਰੂਪ ਦੇ ਵਿੱਚ ਬੈਠਾ ਹੈ, ਅਤੇ ਤੂੰ ਜਾ ਕਰਕੇ ਜਿਹੜਾ ਹੈ ਭੋਜਨ ਅਤੇ ਆਪਣਾ ਜਿਹੜਾ ਜੋ ਵੀ ਤੂੰ ਭੰਡਾਰੇ 'ਚ ਤਿਆਰ ਕੀਤੀ ਚੀਜ਼ ਜਾ ਕਰਕੇ ਉਹਨੂੰ ਖਵਾ। ਕਹਿੰਦੇ ਕਿ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਅਤੇ ਉਹ ਜਦੋਂ ਜੰਗਲ ਦੇ ਵਿੱਚ ਗਿਆ ਝਾੜੀਆਂ 'ਤੇ, ਕੀ ਦੇਖਦਾ ਵੀ ਉਹ ਇੱਕ ਬਘਿਆੜ ਜਿਹੜਾ ਸੀ ਉਹ 3 ਦਿਨਾਂ ਦਾ ਭੁੱਖਾ ਹੈ। ਅਤੇ ਜਦੋਂ ਉਸ ਬਘਿਆੜ ਨੇ ਦੁਨੀ ਚੰਦ ਨੂੰ ਵੇਖਿਆ ਤਾਂ ਕਹਿੰਦੇ ਵੀ ਉਹ ਮਨੁੱਖ ਰੂਪ ਦੇ ਵਿੱਚ ਆ ਗਿਆ। ਜਦੋਂ ਮਨੁੱਖ ਰੂਪ ਦੇ ਵਿੱਚ ਆ ਗਿਆ ਤਾਂ ਉਹਨੇ ਵੇਖਿਆ, ਕਹਿਣ ਲੱਗਾ ਕਿ ਪਿਤਾ ਜੀ ਤੁਸੀਂ? ਅਤੇ ਉਹ ਕਹਿਣ ਲੱਗਾ ਕਿ ਹਾਂਜੀ ਮੈਂ। ਉਹ ਕਹਿਣ ਲੱਗਾ ਤੁਸੀਂ ਬਘਿਆੜ ਜੂਨ ਦੇ ਵਿੱਚ, ਤੁਸੀਂ ਹੁਣ ਮਨੁੱਖ ਰੂਪ ਦੇ ਵਿੱਚ ਕਿਵੇਂ ਆ ਗਏ? ਕਹਿਣ ਲੱਗਾ ਕਿ ਤੇਰੇ ਘਰ ਦੇ ਵਿੱਚ ਇੱਕ ਪੂਰਨ ਪੁਰਖ ਆਇਆ ਹੈ ਜਿਹੜਾ ਆਪ ਪਰਮੇਸ਼ਰ ਰੂਪ ਹੈ, ਤੂੰ ਉਹਦੇ ਦਰਸ਼ਨ ਕਰਕੇ ਆਇਆ ਅਤੇ ਉਹਦੇ ਦਰਸ਼ਨ ਕਰਕੇ ਤੂੰ ਆਇਆ ਅਤੇ ਤੇਰੇ ਦਰਸ਼ਨ ਮੈਂ ਕਰ ਲਏ, ਇਸ ਕਰਕੇ ਜਿਹੜਾ ਮੇਰੀ ਜਿਹੜੀ ਆ ਦੇਹੀ ਛੁੱਟ ਗਈ ਆ ਅਤੇ ਮੈਨੂੰ ਭੁੱਖ ਬਹੁਤ ਲੱਗੀ ਆ ਅਤੇ ਲਿਆ ਛਕਾ। ਅਤੇ ਕਹਿੰਦੇ ਫਿਰ ਉਹ ਭੋਜਨ ਛਕ ਕੇ ਅਤੇ ਉਹ ਜਿਹੜਾ ਸੀ ਉਹਦਾ ਉਧਾਰ ਹੋ ਗਿਆ। ਅਤੇ ਫਿਰ ਜਿਹੜਾ ਉਹ ਦੁਨੀ ਚੰਦ ਸੀ ਆ ਕੇ ਕਹਿਣ ਲੱਗਾ ਕਿ ਮਹਾਰਾਜ ਮੈਂ ਤਾਂ ਇੰਨਾ ਖਰਚ ਕੀਤਾ ਅਤੇ 3 ਦਿਨ ਜਿਹੜਾ ਸੀਗਾ ਉਹ ਮੇਰਾ ਪਿਤਾ 3 ਦਿਨਾਂ ਦਾ ਭੁੱਖਾ ਸੀ, ਇੰਨਾ ਰਾਸ਼ਨ ਪਾਣੀ ਮੈਂ ਭੰਡਾਰਾ ਕੀਤਾ ਅਤੇ ਉਹਨੂੰ ਤਾਂ ਮਿਲਿਆ ਹੀ ਨਹੀਂ। ਅਤੇ ਮਹਾਰਾਜ ਉੱਥੇ ਪਾਤਸ਼ਾਹ ਜੀ ਸਮਝਾਉਂਦੇ ਹੈ, ਉੱਥੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦੀਆਂ ਜਿਹੜੀਆਂ ਪੌੜੀਆਂ ਜਿਹੜੀਆਂ ਉੱਥੇ ਉਚਾਰੀਆਂ ਨੇ, ਅਤੇ ਇਹ ਆਸਾ ਦੀ ਵਾਰ ਦੇ ਵਿੱਚ ਪਾਤਸ਼ਾਹ ਜੀਆਂ ਦੇ ਬਚਨ ਹਨ। ਜੇ ਮੁਹਾਕਾ ਘਰ ਮੋਹੇ ਪਿੱਤਰੀ ਦੇ, ਅੱਗੇ ਵਸਤ ਸਜਾਣੀਐ ਪਿੱਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ 100 ਮਿਲੇ ਜੇ ਖੱਟੇ ਘਾਲੈ ਦੇ। ਮਹਾਰਾਜ ਕਹਿਣ ਲੱਗੇ ਕਿ ਦੁਨੀ ਚੰਦ, ਇਹ ਸੰਸਾਰ ਦੇ ਉੱਤੇ ਜਿਹੜਾ ਮਨੁੱਖ ਜੋ ਕੁਝ ਬੀਜਦਾ ਅਤੇ ਉਹੀ ਜਿਹੜਾ ਹੈ ਕਰਮ ਆਪਣੇ ਵੱਢਦਾ ਹੈ, ਅਤੇ ਉਹੀ ਉਹਨੂੰ ਅੱਗੇ ਮਿਲਦਾ ਹੈ। ਜਿਹੜਾ ਇੱਥੇ ਖੱਟੇ ਭਾਵ ਘਾਲ ਨਾ ਕਰੇ, ਉਹੀ ਉਹਨੂੰ ਅੱਗੇ ਪ੍ਰਲੋਕ ਦੇ ਵਿੱਚ ਜਾ ਕੇ ਮਿਲਦਾ ਹੈ। ਇਸ ਵਾਸਤੇ ਮਹਾਰਾਜ ਕਹਿਣ ਲੱਗੇ ਕਿ ਭਾਈ ਇਸ ਤਰ੍ਹਾਂ ਜਿਹੜਾ ਇਹ ਮਨੁੱਖ ਨੂੰ ਖਵਾਉਣ ਦੇ ਨਾਲ ਜਿਹੜਾ ਇਹ ਉੱਥੇ ਜਾ ਕਰਕੇ ਪਿੱਤਰਾਂ ਨੂੰ ਨਹੀਂ ਪਹੁੰਚਦਾ, ਅਤੇ ਜੇ ਪਿੱਤਰਾਂ ਨੂੰ ਪਹੁੰਚਦਾ ਹੋਵੇ ਤਾਂ ਮਹਾਰਾਜ ਕਹਿਣ ਲੱਗੇ ਕਿ ਜਿਹੜੇ ਮੁਹਾਕਾ ਭਾਵ ਚੋਰ ਹੈ, ਅਤੇ ਜਿਹੜਾ ਉਹ ਘਰ ਘਰ ਦੇ ਵਿੱਚ ਚੋਰੀਆਂ ਕਰਦਾ ਫਿਰਦਾ, ਅਤੇ ਉਹ ਚੋਰੀ ਦਾ ਮਾਲ ਧਨ ਇਕੱਠਾ ਕਰਕੇ ਜੋ ਵੀ ਆਪਾਂ ਸਮਾਨ ਦਿੰਦੇ, ਕੋਈ ਲੀੜਾ ਕੱਪੜਾ ਦਿੰਦਾ, ਕੋਈ ਭਾਂਡੇ ਦਿੰਦਾ, ਅਤੇ ਮਹਾਰਾਜ ਕਹਿੰਦੇ ਉਹ ਚੋਰੀ ਦਾ ਸਮਾਨ ਜਿਹੜਾ ਚੋਰ ਇਕੱਠਾ ਕਰਕੇ ਉਹ ਪੰਡਤਾਂ ਬ੍ਰਾਹਮਣਾਂ ਨੂੰ ਦੇ ਦੇਵੇ, ਅਤੇ ਦਰਗਾਹ ਦੇ ਵਿੱਚ ਜਿਹੜੇ ਉਹ ਜਿਨ੍ਹਾਂ ਦਾ ਸਮਾਨ ਚੋਰੀ ਕੀਤਾ ਉਹਨਾਂ ਦੇ ਵੀ ਉੱਥੇ ਵੱਡ ਵਡੇਰੇ ਹੋਣਗੇ, ਉਹ ਵੀ ਪਿੱਤਰ ਉੱਥੇ ਹੋਣਗੇ ਅਤੇ ਉਹ ਵੀ ਹੋਣਗੇ, ਅਤੇ ਉਹ ਫਿਰ ਸਿਆਣ ਲੈਣਗੇ ਕਿ ਇਹ ਤਾਂ ਸਾਡਾ ਸਮਾਨ ਸਾਡੇ ਘਰ ਦਾ ਚੋਰੀ ਕੀਤਾ ਆ। ਅਤੇ ਮਹਾਰਾਜ ਕਹਿੰਦੇ ਇਸ ਵਾਸਤੇ ਜਿਹੜੇ ਇਹ ਪਖੰਡ ਕਰਦੇ ਆ, ਦੰਭ ਪਖੰਡ ਕਰਦੇ ਆ, ਇਹਨਾਂ ਲੋਕਾਂ ਨੂੰ ਦਰਗਾਹ ਦੇ ਵਿੱਚ ਸਜ਼ਾ ਮਿਲੂਗੀ। ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਅਤੇ ਮਹਾਰਾਜ ਕਹਿੰਦੇ ਕਿ ਉੱਥੇ ਇਹਨਾਂ ਦੇ ਹੱਥ ਵੱਢੇ ਜਾਣਗੇ। ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਮਿਲਦਾ ਤਾਂ ਉਹ ਹੈ, ਨਾਨਕ ਅੱਗੇ 100 ਮਿਲੇ ਜੇ ਖੱਟੇ ਘਾਲੈ ਦੇ। ਅਤੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹਨਾਂ ਪੰਡਤਾਂ ਨੂੰ ਜਿਨ੍ਹਾਂ ਨੂੰ ਤੂੰ ਭੋਜਨ ਛਕਾ ਰਿਹਾ ਹੈ, ਆ ਮਹਾਰਾਜ ਨੇ ਸਮਝਾਉਣ ਵਾਸਤੇ ਇੱਕ ਸੂਈ ਦੇ ਦਿੱਤੀ। ਕਹਿਣ ਲੱਗੇ ਕਿ ਇਹ ਤੂੰ ਆਪਣੇ ਜਿਹੜੇ ਵੱਡੇ ਮੇਨ ਪ੍ਰੋਹਤ ਆ ਉਹਨਾਂ ਨੂੰ ਦੇ ਦੇਵੀਂ, ਅਤੇ ਉਹਨਾਂ ਨੂੰ ਕਹੀਂ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਹਨਾਂ ਨੂੰ ਕਹਿ ਦੇਵੇਂ ਕਿ ਇਹ ਜਿਹੜੇ ਆ ਸੂਈ ਤੇ ਇੱਥੋਂ ਸਾਡੇ ਜਿਹੜੇ ਆ ਸਾਡੇ ਘਰ ਦੇ ਵਿੱਚ ਆਏ ਆ ਸੰਤ ਮਹਾਂਪੁਰਸ਼, ਦਰਗਾਹ ਦੇ ਵਿੱਚ ਤੇਰੇ ਤੋਂ ਸੂਈ ਲੈ ਲੈਣਗੇ। ਇਹ ਕਹਿ ਕਰਕੇ ਗੁਰੂ ਸਾਹਿਬ ਉੱਥੋਂ ਚਲੇ ਗਏ। ਅਤੇ ਜਦੋਂ ਪੰਡਤਾਂ ਪ੍ਰੋਹਤਾਂ ਨੂੰ ਉਹਨੇ ਸੇਵਾ ਕੀਤੀ ਅਤੇ ਬਾਅਦ ਵਿੱਚ ਉਹਨੇ ਕਿਹਾ ਕਿ ਸਾਡੇ ਘਰ ਇੱਕ ਮਹਾਂਪੁਰਖ ਆਇਆ ਸੀ, ਉਹ ਸੂਈ ਦੇ ਗਿਆ। ਕਹਿਣ ਲੱਗਾ ਕਿ ਜੇਕਰ ਤੁਹਾਡਾ ਖਾਧਾ ਪੀਤਾ ਦਰਗਾਹ ਦੇ ਵਿੱਚ ਪਹੁੰਚ ਗਿਆ ਹੋਵੇ ਅਤੇ ਮੇਰੀ ਆ ਸੂਈ ਵੀ ਦਰਗਾਹ ਦੇ ਵਿੱਚ ਪਹੁੰਚਾ ਦਿਆ ਜੇ, ਇਹਦੀ ਬੜੀ ਮੈਨੂੰ ਜ਼ਰੂਰਤ ਹੈ, ਲੋੜ ਹੈ, ਅਤੇ ਮੈਂ ਦਰਗਾਹ ਦੇ ਵਿੱਚ ਲੈ ਲਵਾਂਗਾ। ਅਤੇ ਉਹ ਜਿਹੜੇ ਪੰਡਤ ਸੀ ਅਤੇ ਉਹ ਕਹਿਣ ਲੱਗੇ ਕਿ ਇਹ ਸੂਈ ਦਰਗਾਹ ਦੇ ਵਿੱਚ ਕਿਵੇਂ ਜਾ ਸਕਦੀ ਹੈ, ਅਤੇ ਇਹ ਨਹੀਂ ਜਾ ਸਕਦੀ। ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹ ਦੁਨੀ ਚੰਦ
ਜਿਹੜਾ ਸੀ ਉਦਾਸ ਹੋ ਗਿਆ। ਫਿਰ ਉਹਨੇ ਆਪਣੀ ਘਰਵਾਲੀ ਨਾਲ ਜਿਹੜੀ ਸੀ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗੀ ਕਿ ਮਹਾਂਪੁਰਖ ਤੇ ਪੂਰੇ ਸੀ, ਉਹ ਕਿਵੇਂ ਕੋਈ ਝੂਠ ਥੋੜ੍ਹੀ ਬੋਲ ਸਕਦੇ। ਜੇਕਰ ਇਹ ਸੂਈ ਦਰਗਾਹ ਦੇ ਵਿੱਚ ਨਹੀਂ ਪਹੁੰਚ ਸਕਦੀ ਤੇ ਇਹਦੇ ਵਿੱਚ ਕੋਈ ਬਹੁਤ ਵੱਡਾ ਰਾਜ ਹੋਵੇਗਾ। ਆਪਾਂ ਨੂੰ ਜਾ ਕਰਕੇ ਸੂਈ ਜਿਹੜੀ ਉਹਨਾਂ ਮਹਾਂਪੁਰਸ਼ਾਂ ਨੂੰ, ਗੁਰੂ ਨਾਨਕ ਸਾਹਿਬ ਨੂੰ ਵਾਪਸ ਕਰ ਦੇਣੀ ਚਾਹੀਦੀ। ਅਤੇ ਉਹਨਾਂ ਨੇ ਜਾ ਕਰਕੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਸੂਈ ਦਿੱਤੀ ਤੇ ਮਹਾਰਾਜ ਕਹਿਣ ਲੱਗੇ ਕਿ ਭਾਈ, ਜੇਕਰ ਇਹ ਸੂਈ ਦਰਗਾਹ ਦੇ ਵਿੱਚ ਨਹੀਂ ਜਾ ਸਕਦੀ ਤਾਂ ਆਪਣਾ ਜਿਹੜਾ ਪੁੰਨਦਾਨ, ਜਿਹੜਾ ਤੁਸੀਂ ਜੋ ਵੀ ਦਾਨ ਕੀਤਾ ਹੈ, ਲੀੜਾ ਕੱਪੜਾ ਭਾਂਡੇ, ਅਤੇ ਇਹ ਕਿਵੇਂ ਤੁਹਾਡੇ ਪਿੱਤਰਾਂ ਨੂੰ ਪਹੁੰਚ ਸਕਦੇ। ਗੱਲ ਤਾਂ ਸਾਧ ਸੰਗਤ ਜੀ ਸਮਝਣ ਵਾਲੀ ਹੈ, ਹੋਰ ਇਹਦੇ ਵਿੱਚ ਕੁਝ ਵੀ ਨਹੀਂ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਤੇ ਇਹ ਹਨ ਸ਼ਰਾਧ ਜਿਹੜੇ ਕਿ ਅੱਸੂ ਦੇ ਮਹੀਨੇ ਦੇ ਵਿੱਚ ਪੁੰਨਿਆਂ ਤੋਂ ਬਾਅਦ ਸ਼ੁਰੂ ਕੀਤੇ ਜਾਂਦੇ। ਮੱਸਿਆ ਤਾਈਂ 15 ਦਿਨ ਸ਼ਰਾਧ ਚੱਲਦੇ ਆ। ਅਤੇ ਜਿਹੜੇ ਹਿੰਦੂ ਮਤ ਅਨੁਸਾਰ ਹਿੰਦੂ ਸਮਾਜ ਹੈ, ਉਹ ਫਿਰ ਇਹਨਾਂ ਦਿਨਾਂ ਦੇ ਵਿੱਚ ਉਹ ਆਪਣੇ ਧਰਮ ਅਨੁਸਾਰ ਆਪਣੀ ਕਿਰਿਆ ਕਰਦੇ ਆ। ਅਤੇ ਮਹਾਰਾਜ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚੇ ਘੋੜੇ ਸਮੇਤ ਹੀ, ਅਤੇ ਬਾਦਸ਼ਾਹ ਬੜਾ ਹੈਰਾਨ ਹੋਇਆ ਅਤੇ ਕਹਿਣ ਲੱਗਾ ਕਿ ਮਹਾਰਾਜ, ਮੇਰਾ ਜਿਹੜਾ ਦਰਬਾਰ ਅਤੇ ਮੇਰਾ ਧਰਮ ਤੁਹਾਨੂੰ ਕਿਵੇਂ ਲੱਗਾ। ਅਤੇ ਮਹਾਰਾਜ ਕਹਿੰਦੇ ਭਾਈ, ਤੁਮ ਕੋ ਤੁਮਹਾਰਾ ਖੂਬ, ਹਮ ਕੋ ਹਮਾਰਾ ਖੂਬ। ਭਾਈ, ਇਹ ਹਰ ਇੱਕ ਧਰਮ ਦੀ ਆਪੋ ਆਪਣੀ ਮਰਿਆਦਾ ਹੈ ਅਤੇ ਇਹਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਗੁਰਮਤ ਅਨੁਸਾਰ ਸ਼ਰਾਧ ਮਨਾਉਣੇ ਜਿਹੜੇ ਉਹ ਮਨਮੱਤ ਹੈ। ਜਿਵੇਂ ਕਿ ਸਿੱਖਾਂ ਦੇ ਘਰਾਂ ਦੇ ਵਿੱਚ ਵੀ ਹੁਣ ਜਿਹੜੇ 15 ਦਿਨ ਉਹ ਸਿੱਖਾਂ ਨੇ ਵੀ ਉਹੀ ਕਰਮ ਕਰਨਾ ਕਿ ਇਹ ਕਰਮ ਜਿਹੜਾ ਹੈ ਉਹ ਪੰਡਤਾਂ ਨੂੰ ਭੋਜਨ ਆਦਿਕ ਵਗੈਰਾ ਛਕਾਉਂਦੇ ਆ ਅਤੇ ਸੇਵਾ ਪਾਣੀ ਕਰਦੇ ਆ। ਅਤੇ ਸਾਡੇ ਜਿਹੜਾ ਸਿੱਖ ਸਮਾਜ ਹੈ ਉਹਨਾਂ ਨੇ ਕੀ ਕਰਨਾ ਕਿ ਗ੍ਰੰਥੀਆਂ ਨੂੰ ਅਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਘਰਾਂ ਦੇ ਵਿੱਚ ਸੱਦ ਕੇ ਪ੍ਰਸ਼ਾਦਾ ਛਕਾਉਣਾ। ਕਈਆਂ ਨੇ ਪੈਸੇ ਦੇਣੇ ਆ, ਸੇਵਾ ਦੇਣੀ ਆ, ਕੋਈ 100 200 500 ਰੁਪਈਆ, ਕਈਆਂ ਨੇ ਲੀੜਾ ਕੱਪੜਾ ਦੇਣਾ, ਕਈਆਂ ਨੇ ਹੋਰ ਕਈ ਕੁਝ ਦਾਨ ਕਰਨਾ। ਸੋ ਗੁਰਮਤਿ ਪਿਆਰਿਓ, ਇਹ ਜਿਹੜੀ ਚੀਜ਼ ਹੈ ਇਹਨੂੰ ਗੁਰਮਤਿ ਜਿਹੜੀ ਇਸ ਚੀਜ਼ ਦਾ ਖੰਡਨ ਕਰਦੀ ਹੈ। ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ ਆ ਕਿ ਭਾਈ, ਇਹ ਜਿਹੜੀ ਹੈ ਇਹ ਮਨਮੱਤ ਹੈ। ਇਹਨੂੰ ਪਾਤਸ਼ਾਹ ਜੀ ਕਥਨ ਕਰਦੇ, ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਇਸ ਵਾਸਤੇ ਮਹਾਰਾਜ ਕਥਨ ਕਰਦੇ ਕਿ ਭਾਈ, ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ, ਜੇ ਵਿਣ ਸਤਿਗੁਰ ਕੇ ਮਨ ਮੰਨੈ, ਕਰਾਏ ਸੋ ਜੰਤ ਮਹਾਂ ਦੁੱਖ ਪਾਵੈ। ਹੁਣ ਜਿਹੜਾ ਗੁਰੂ ਮੱਤ ਦੇ ਉਲਟ ਆਪਾਂ ਕਰਮ ਕਰਦੇ ਹਾਂ, ਇਸ ਤਰ੍ਹਾਂ ਦਾ ਕਰਮ ਕਰਾਂਗੇ ਕਿ ਗੁਰਸਿੱਖਾਂ ਨੂੰ ਆਪਣੇ ਘਰ ਦੇ ਵਿੱਚ ਸੱਦ ਕੇ ਆਪਾਂ ਉਹੀ ਕਰਮ ਕਾਂਡ ਕਰਾਂਗੇ ਜਿਹੜਾ ਕਿ ਜਿਸ ਤੋਂ ਸਾਨੂੰ ਗੁਰੂ ਸਾਹਿਬ ਨੇ ਰੋਕਿਆ। ਅਤੇ ਸਾਧ ਸੰਗਤ ਜੀ, ਪਾਤਸ਼ਾਹ ਜੀ ਕਥਨ ਕਰਦੇ, ਸੋ ਜੰਤ ਮਹਾਂ ਦੁੱਖ ਪਾਵੈ। ਮਹਾਂ ਦੁੱਖ, ਇੱਕ ਤਾਂ ਦੁੱਖ ਹੁੰਦਾ, ਮਹਾਰਾਜ ਕਹਿੰਦੇ ਨਹੀਂ ਦੁੱਖ ਨਹੀਂ ਭਾਈ, ਮਹਾਂ ਦੁੱਖ ਪਾਊਗਾ। ਕਿਉਂਕਿ ਅਸੀਂ ਗੁਰਮਤਿ ਦੇ ਉਲਟ ਕਰਮ ਕਰਾਂਗੇ। ਅਤੇ ਪਾਤਸ਼ਾਹ ਜੀ ਕਥਨ ਕਰਦੇ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਜੋ ਆਪਣੇ ਭਾਣੇ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੈ। ਇਸ ਵਾਸਤੇ ਮਹਾਰਾਜ ਕਥਨ ਕਰਦੇ ਨੇ ਕਿ ਭਾਈ, ਜੀਵਤ, ਜਿਵੇਂ ਕਿ ਗੁਰਬਾਣੀ ਦੇ ਅੰਦਰ ਜਿਹੜੇ ਭਗਤ ਕਬੀਰ ਸਾਹਿਬ ਵੀ ਕਥਨ ਕਰਦੇ, ਜੀਵਤ ਪਿੱਤਰ ਨ ਮਾਨੈ ਕਉ, ਮੂਏ ਸਰਾਧ ਕਰਾਹੀ। ਕਿ ਜਿਉਂਦਿਆਂ ਨੂੰ ਤਾਂ ਕੋਈ ਪੁੱਛਦਾ ਨਹੀਂ, ਅਤੇ ਮਰਨ ਤੋਂ ਬਾਅਦ ਫਿਰ ਜਿਹੜਾ ਉਹ ਬੰਦਾ ਆਪਣੀ ਹੰਕਾਰ ਦੇ ਲਈ, ਆਪਣਾ ਨੱਕ ਰੱਖਣ ਦੇ ਲਈ, ਸਮਾਜ ਦੇ ਵਿੱਚ ਆਪਣੇ ਸਟੇਟਸ ਦੇ ਚੱਕਰ ਦੇ ਵਿੱਚ ਫਿਰ ਜਿਹੜਾ ਖਰਚ ਕਰਦਾ ਹੈ, ਪਰ ਜਿਉਂਦੇ ਮਾਂ ਪਿਓ ਨੂੰ ਨਾ ਤਾਂ ਪਾਣੀ ਪੁੱਛਦਾ ਅਤੇ ਨਾ ਉਹਨਾਂ ਦੀ ਸੇਵਾ ਕਰਦਾ। ਅਤੇ ਜੇ ਅਸੀਂ ਉਹਨਾਂ ਦੀ ਸੇਵਾ ਕਰ ਦਿੰਦੇ ਤਾਂ ਅੱਜ ਬਿਰਧ ਆਸ਼ਰਮਾਂ ਦੀ ਲੋੜ ਨਹੀਂ ਸੀ। ਅਤੇ ਭਗਤ ਜੀ ਕਥਨ ਕਰਦੇ ਨੇ ਕਿ ਪਿੱਤਰ ਭੀ ਬਪਰੇ, ਕਹੋ ਕਿਉਂ ਪਾਵਹਿ, ਕਊਆ ਕੂਕਰ ਖਾਹੀ। ਸੋ ਗੁਰੂ ਪਿਆਰਿਓ, ਗੁਰਮਤਿ ਅਨੁਸਾਰ ਜਿਹੜੇ ਸ਼ਰਾਧ ਕਰਨੇ ਜਿਹੜੇ ਇਹ ਮਨਮੱਤ ਹੈ, ਇਹਦਾ ਗੁਰਮਤਿ ਦੇ ਨਾਲ ਕੋਈ ਸੰਬੰਧ ਨਹੀਂ। ਬਾਕੀ ਗੱਲ ਕਰੀਏ ਜਿਹੜੀ ਕਿ ਪਿੱਤਰ ਤੋਂ ਭਾਵ ਇਹ ਹੈ ਕਿ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਕਹਿ ਸਕਦੇ ਹਾਂ ਜਿਹੜੇ ਹੋ ਗੁਜ਼ਰੇ, ਅਤੇ ਉਹਨਾਂ ਨੂੰ ਜਿਹੜਾ ਹੈ ਇਹ ਪਿੱਤਰ ਆਖਦੇ ਆ, ਵੱਡੇ ਵਡੇਰੇ। ਸੋ ਉਹ ਕਹਿੰਦੇ ਕਿ ਜਿਸ ਘਰ ਦੇ ਵਿੱਚ ਕੋਈ ਪਿੱਤਰ ਦੋਸ਼ ਹੋਵੇ, ਭਾਵ ਕਿ ਜਿਸ ਕਿਸੇ ਦੀ ਗੱਤ ਕਲਿਆਣ ਨਾ ਹੋਈ ਹੋਵੇ, ਅਤੇ ਫਿਰ ਉਹ ਘਰ ਦੇ ਜੀਆਂ ਨੂੰ, ਪਰਿਵਾਰ ਨੂੰ ਦੁਖੀ ਅਤੇ ਪਰੇਸ਼ਾਨ ਕਰਦੇ ਆ।
ਇਹ ਜੋਤਿਸ਼ ਮਤ ਅਨੁਸਾਰ ਜਿਹੜੇ ਕੁੰਡਲੀ ਦੇ ਵਿੱਚ 10 ਦੋਸ਼ ਮੰਨਦੇ ਆ, ਜਿਹਦੇ ਵਿੱਚੋਂ ਇੱਕ ਪਿੱਤਰ ਦੋਸ਼ ਹੋ ਗਿਆ, ਇੱਕ ਕਾਲ ਸਰਪ ਦੋਸ਼ ਹੋ ਗਿਆ, ਇਸੇ ਤਰ੍ਹਾਂ ਹੀ ਮੰਗਲ ਦੋਸ਼ ਹੋ ਗਿਆ, ਸ਼ਨੀ ਦੋਸ਼ ਹੋ ਗਿਆ, ਰਾਹੂ ਕੇਤੂ ਦੋਸ਼ ਹੋ ਗਿਆ, ਮੰਗਲੀਕ ਦੋਸ਼ ਹੋ ਗਿਆ ਜਿਵੇਂ, ਅਤੇ ਵਾਸਤੂ ਦੋਸ਼ ਹੋ ਗਿਆ, ਗ੍ਰਹਿ ਦੋਸ਼ ਹੋ ਗਿਆ। ਇਸ ਤਰ੍ਹਾਂ ਇਹ ਸਾਰੇ ਜਿਹੜੇ ਗ੍ਰਹਿ ਦੇ ਦੋਸ਼ ਮੰਨੇ ਜਾਂਦੇ। ਪਰ ਗੁਰਮਤਿ ਦੇ ਵਿੱਚ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਭਾਈ ਇਹ ਕੇਵਲ ਮਨੁੱਖ ਦੇ ਕਰਮਾਂ ਦੇ ਉੱਤੇ ਆਧਾਰ ਹੈ, ਅਤੇ ਜਿਹੜਾ ਮਨੁੱਖ ਸੰਸਾਰ 'ਤੇ ਆ ਕਰਕੇ ਗੁਰੂ ਵਾਲਾ ਨਹੀਂ ਬਣਿਆ, ਉਹਨੇ ਪਰਮੇਸ਼ਰ ਦਾ ਹੁਕਮ ਨਹੀਂ ਮੰਨਿਆ, ਗੁਰੂ ਵਾਲਾ ਨਹੀਂ ਬਣਿਆ, ਅਤੇ ਮਹਾਰਾਜ ਕਹਿੰਦੇ ਭਾਈ ਕਿ ਉਹਦੀ ਗਤ ਕਲਿਆਣ ਕਾਹਦੀ ਹੋਣੀ ਹੈ। ਉਹ ਤਾਂ ਮਰਨ ਤੋਂ ਬਾਅਦ ਜਿਹੜਾ ਉਹ ਦੁੱਖ ਪਾਊਗਾ, ਉਹਨੂੰ ਸਜ਼ਾ ਮਿਲਣੀ ਹੈ, ਕਿਉਂਕਿ ਇਹ ਸੰਸਾਰ 'ਤੇ ਆ ਕਰਕੇ ਗੁਰੂ ਵਾਲਾ ਬਣ ਕੇ ਨਾਮ ਜਪਣਾ ਸੀ, ਪਰਮਾਤਮਾ ਨੂੰ ਮਿਲਣਾ ਸੀ। ਪਰ ਇਹ ਕਰਮ ਨਾ ਹੋਣ ਕਰਕੇ, ਜੇ ਮਨ ਦੇ ਵਿੱਚ ਵਾਸ਼ਨਾ ਰਹਿ ਜਾਣ ਕਰਕੇ ਸਾਧ ਸੰਗਤ ਜੀ ਉਹ ਜਿਹੜਾ ਜੀਵ ਆ ਇਸ ਸੰਸਾਰ ਦੇ ਉੱਤੇ ਰਹਿ ਜਾਂਦਾ। ਇਹ ਜਿਹੜੀ ਮ੍ਰਿਤਕ ਗਤੀ ਹੈ, ਜਿਹੜੇ ਪਾਪੀ ਲੋਕ ਆ, ਮਹਾਰਾਜ ਕਥਨ ਕਰਦੇ ਪਾਪ ਕਮਾਉਂਦੇ ਕਰਦੇ ਹਾਏ ਹਾਏ, ਜਿਉਂ ਮੱਥਨ ਮਧਾਣੀਆਂ ਤਿਉਂ ਮਥੈ ਧਰਮ ਰਾਏ। ਅਤੇ ਪਾਪੀ ਬੰਦਿਆਂ ਨੇ ਤਾਂ ਨਰਕ ਹੀ ਭੋਗਣੇ ਆ। ਇਸ ਵਾਸਤੇ ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਅਤੇ ਜਿਹੜੇ ਪੁੰਨੀ ਲੋਕ ਆ, ਜਿਹੜੇ ਦਾਨ ਪੁੰਨ ਕਰਦੇ ਆ, ਅਤੇ ਮਹਾਰਾਜ ਕਹਿੰਦੇ ਭਾਈ ਪੁੰਨ ਦਾਨ ਜੋ ਬੀਜਦੇ ਧਰਮ ਰਾਏ ਕਾ ਜਾਏ, ਕਿ ਉਹਨਾਂ ਨੂੰ ਜਿਹੜਾ ਪੁੰਨਾਂ ਦੇ ਆਧਾਰ 'ਤੇ ਜਿਹੜਾ ਹੈ ਸਵਰਗ ਮਿਲੇਗਾ। ਅਤੇ ਜਦੋਂ ਉਹਨਾਂ ਦੇ ਪੁੰਨ ਜਿਹੜੇ ਖਤਮ ਹੋ ਗਏ ਅਤੇ ਫਿਰ ਉਹ ਧਰਤੀ 'ਤੇ ਸੁੱਟੇ ਜਾਣਗੇ ਵਾਪਸ, ਅਤੇ ਉਹਨਾਂ ਨੂੰ ਫਿਰ ਮਨੁੱਖ ਜਨਮ ਮਿਲੂਗਾ, ਅਤੇ ਫਿਰ ਗੁਰੂ ਵਾਲੇ ਬਣਨਾ ਪੈਣਾ, ਅਤੇ ਨਾਮ ਫਿਰ ਵੀ ਜਪਣਾ ਪੈਣਾ। ਇਸ ਵਾਸਤੇ ਇਹ ਜਿਹੜੇ ਦੋ ਕਿਸਮਾਂ ਦੀ ਗਤੀ ਹੈ, ਇਹਦੇ ਵਿੱਚ ਜਿਹੜਾ ਬੰਦਾ ਆਉਂਦਾ ਅਤੇ ਗੁਰੂ ਵਾਲਾ ਨਹੀਂ ਬਣਦਾ, ਉਹਨਾਂ ਨੂੰ ਵਾਰ-ਵਾਰ ਸੰਸਾਰ 'ਤੇ ਆਉਣਾ ਪੈਣਾ ਅਤੇ ਭਟਕਣਾ ਪੈਣਾ, ਕਿਉਂਕਿ ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰਿ ਪਾਏ। ਇਸ ਵਾਸਤੇ ਜੇਕਰ ਅਸੀਂ ਵੀ ਆਪਣੀ ਗਤ ਕਲਿਆਣ ਚਾਹੁੰਦੇ ਹਾਂ ਅਤੇ ਸਾਧ ਸੰਗਤ ਜੀ ਸਾਨੂੰ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੀਦਾ, ਗੁਰਮਤਿ ਅਨੁਸਾਰ ਗੁਰੂ ਦੀ ਮੱਤ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ, ਨਾਮ ਜਪ ਕੇ ਮੁਕਤ ਹੋਣਾ ਚਾਹੀਦਾ। ਅਤੇ ਪਰ ਜੇਕਰ ਬੰਦਾ ਮਰ ਗਿਆ ਅਤੇ ਉਹਦੀ ਗਤ ਕਲਿਆਣ ਨਹੀਂ ਹੋਈ, ਅਤੇ ਸਾਧ ਸੰਗਤ ਜੀ ਫਿਰ ਉਹ ਸੰਸਾਰ ਦੇ ਉੱਤੇ ਹੀ ਭਟਕਦਾ ਹੈ। ਇਸ ਵਾਸਤੇ ਜੇਕਰ ਕੋਈ ਇਹਦੇ ਵਿੱਚ ਕੋਈ ਮਨਮੱਤ ਵਾਲੀ ਗੱਲ ਨਹੀਂ, ਗੱਲ ਨੂੰ ਸਮਝਣਾ ਚਾਹੀਦਾ। ਬੜੇ ਐਸੇ ਵਿਦਵਾਨ ਨੇ ਜਿਹੜੇ ਇਸ ਗੱਲ ਨਾਲ ਸਹਿਮਤ ਨਹੀਂ, ਕਿ ਪਰ ਸਾਧ ਸੰਗਤ ਜੀ ਇਹ ਤਾਂ ਸਾਨੂੰ ਵੀ ਪਤਾ ਹੈ, ਅਤੇ ਗੁਰਬਾਣੀ ਵੀ ਜਿਹੜੀ ਉਹ ਕਥਨ ਕਰਦੀ ਹੈ ਕਿ ਕੋਟ ਮੱਧੇ ਕੋ ਮੁਕਤ ਮੰਗਾ ਹੈ, ਕਿ ਮਰੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨ ਜਾਣੇ ਕੋਇਲਾ। ਮਰਨ ਤੋਂ ਬਾਅਦ ਮੁਕਤੀ ਕਾਹਦੀ? ਜੇ ਜਿਉਂਦੇ ਹੀ ਮੁਕਤੀ ਨਾ ਮਿਲੀ ਤਾਂ ਮਰ ਕੇ ਮੁਕਤ ਕਿੱਥੋਂ ਹੋ ਜਾਊਗਾ? ਮੁਕਤ ਤਾਂ ਬੰਦੇ ਨੇ ਜਿਉਂਦੇ ਜੀ ਹੋਣਾ ਹੈ, ਜਿਉਂਦੇ ਜੀ ਉਹਨੇ ਦੇ ਸਾਰੇ ਬੰਧਨ ਟੁੱਟਣੇ ਆ ਅਤੇ ਉਹਨੇ ਮੁਕਤ ਹੋਣਾ। ਇਸ ਵਾਸਤੇ ਮੁਕਤੀ ਦਾ ਉਪਾਅ ਤਾਂ ਹਰ ਬੰਦੇ ਨੂੰ ਕਰਨਾ ਚਾਹੀਦਾ ਅਤੇ ਜ਼ਰੂਰੀ ਵੀ ਆ। ਇਸ ਵਾਸਤੇ ਜਿਵੇਂ ਕਿ ਪਾਤਸ਼ਾਹ ਜੀ ਕਥਨ ਕਰਦੇ ਕਿ ਭਾਈ ਪ੍ਰਲੋਕ ਜਮ ਰਸਤੇ ਦੇ ਉੱਤੇ ਮਨੁੱਖ ਦੀ ਕੀ ਹਾਲਤ ਹੁੰਦੀ ਹੈ। ਸਾਧ ਸੰਗਤ ਜੀ ਇਹ ਜਿਹੜਾ ਸਾਡਾ ਸਰੀਰ ਹੈ ਇਹ 19 ਤੱਤ ਦਾ ਬਣਿਆ ਹੈ, ਜਿਵੇਂ ਕਹਿ ਸਕਦੇ ਹਾਂ ਵੀ 24 ਤੱਤ ਦਾ ਬਣਿਆ, ਜਿਹਦੇ ਵਿੱਚੋਂ 5 ਸਥੂਲ ਤੱਤ ਨੇ, ਜਿਹਦੇ ਵਿੱਚੋਂ ਮਿੱਟੀ, ਅੱਗ, ਪਾਣੀ, ਹਵਾ ਅਤੇ ਆਕਾਸ਼, ਇਹ 5 ਤੱਤ ਜਿਹੜੇ ਆ ਇਹ ਸਥੂਲ ਤੱਤ ਆ। ਅਤੇ ਇਹ ਜਿਹੜਾ ਸਥੂਲ ਸਰੀਰ ਇਹਨਾਂ ਤੱਤਾਂ ਦਾ ਬਣਿਆ ਆ, ਅਤੇ ਜਿਹੜਾ ਇਹਦੇ ਵਿੱਚ ਸਾਧ ਸੰਗਤ ਜੀ ਉਹ ਹੈ ਸੂਖਸ਼ਮ ਸਰੀਰ, ਜਿਹੜਾ ਕਿ 19 ਤੱਤ ਦਾ ਬਣਿਆ, ਜਿਹਨੂੰ ਕਹਿੰਦੇ ਆ 5 ਪ੍ਰਾਣ, 5 ਕਰਮ ਇੰਦਰੇ, 5 ਗਿਆਨ ਇੰਦਰੇ, ਅਤੇ ਮਨ, ਚਿੱਤ, ਬੁੱਧ ਅਤੇ ਹੰਕਾਰ। ਇਹ 19 ਤੱਤ ਦਾ ਜਿਹੜਾ ਸੂਖਸ਼ਮ ਸਰੀਰ ਹੈ। ਅਤੇ ਇਸ ਤੋਂ ਅੱਗੇ ਇੱਕ ਕਾਰਨ ਸਰੀਰ ਉਹਨੂੰ ਕਹਿੰਦੇ ਆ, ਜਿਹੜਾ ਕੇਵਲ ਇੱਕ ਸੰਕਲਪ ਕਹਿ ਸਕਦੇ ਹਾਂ, ਫੁਰਨੇ ਅਤੇ ਵਿਚਾਰ ਦਾ ਹੀ ਸਰੀਰ ਹੁੰਦਾ ਹੈ। ਅਤੇ ਪਾਤਸ਼ਾਹ ਜੀ ਕਥਨ ਕਰਦੇ ਆ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਅਤੇ ਕਰਨ ਅਤੇ ਕਾਰਨ ਜਿਹੜਾ ਉਹ ਪਰਮਾਤਮਾ ਆਪ ਹੀ ਹੈ, ਕਿਉਂਕਿ ਉਹਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਸੋ ਇਸ ਵਾਸਤੇ ਜੇਕਰ ਜਿਹੜਾ ਇਹ ਸੂਖਸ਼ਮ ਸਰੀਰ ਆ, ਜਿਹਨੂੰ ਜੀਵ ਆਤਮਾ ਆਖਦੇ ਆ, ਅਤੇ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਵੀ ਲਿਖਦੇ ਆ, ਅਤੇ ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਥਨ ਕਰਦੇ ਕਿ ਉਹ ਜਿਹੜਾ ਸੂਖਸ਼ਮ ਜੀਵ ਆਤਮਾ 19 ਤੱਤ ਦਾ ਸਰੀਰ ਹੈ, ਸਾਧ ਸੰਗਤ ਉਹਨੂੰ ਨਾ ਤਾਂ ਅੱਗ ਸਾੜ ਸਕਦੀ ਹੈ, ਨਾ
ਪਾਣੀ ਡੋਬ ਸਕਦਾ, ਨਾ ਹਵਾ ਉਡਾ ਸਕਦੀ, ਨਾ ਕੋਈ ਸ਼ਸਤਰ ਕੱਟ ਸਕਦਾ ਹੈ। ਉਹ ਕੇਵਲ ਅਤੇ ਕੇਵਲ ਜਿਹੜਾ ਹੈ ਉਹ ਮੁਕਤ ਹੀ ਹੋ ਸਕਦਾ ਹੈ। ਇਸ ਵਾਸਤੇ ਉਹ ਜਿਹੜਾ ਸੂਖਸ਼ਮ ਲਿੰਗ ਸਰੀਰ ਹੈ ਉਹ ਬਾਰ-ਬਾਰ ਦੁਨੀਆ ਦੇ ਵਿੱਚ ਤੁਰਿਆ ਫਿਰਦਾ ਅਤੇ ਉਹਦਾ ਉਧਾਰ ਨਹੀਂ ਹੁੰਦਾ। ਜੇਕਰ ਕੋਈ ਵਾਸ਼ਨਾ ਰਹਿ ਜਾਂਦੀ ਹੈ ਤਾਂ ਫਿਰ ਉਹ ਸੰਸਾਰ ਦੇ ਉੱਤੇ ਜਿਹੜਾ ਉਹ ਰਹਿ ਜਾਂਦਾ। ਇਸ ਵਾਸਤੇ ਉਹ ਜਿਹੜਾ ਸੂਖਸ਼ਮ ਸਰੀਰ ਹੈ ਅਤੇ ਉਹਦਾ ਜਿੰਨਾ ਚਿਰ ਉਧਾਰ ਨਹੀਂ ਹੁੰਦਾ ਉਹ ਸੰਸਾਰ 'ਤੇ ਭਟਕਦਾ ਹੈ। ਅਤੇ ਮਹਾਰਾਜ ਕਥਨ ਕਰਦੇ ਨੇ ਕਿ ਭਾਈ ਪ੍ਰਲੋਕ ਜਮ ਰਸਤੇ 'ਤੇ ਮਨੁੱਖ ਦਾ ਕੀ ਹਾਲ ਹੁੰਦਾ। ਸੁਖਮਨੀ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਕਥਨ ਕਰਦੇ ਹੈ, ਜਿਹ ਮਾਰਗ ਕੇ ਗਨ ਜਾਹੇ ਨ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਕਿ ਇਹ ਜੀਵ ਤੂੰ ਜਿਸ ਪ੍ਰਲੋਕ ਜਮ ਰਸਤੇ ਦੇ ਉੱਤੇ ਤੂੰ ਜਾਣਾ ਹੈ ਅਤੇ ਉੱਥੇ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਉਹੀ ਤੇਰੇ ਨਾਲ ਭਾਵ ਖਾਣ ਵਾਲੀ ਖੁਰਾਕ ਹੈ। ਜਿਹ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਉਹ ਜਿਹੜਾ ਸੂਖਸ਼ਮ ਸਰੀਰ ਹੈ ਉਹਦਾ ਜਦੋਂ ਰਸਤੇ ਦੇ ਵਿੱਚ ਹਨੇਰਾ ਹੋਏਗਾ ਅਤੇ ਉੱਥੇ ਜਿਹੜਾ ਹਰੀ ਦਾ ਨਾਮ ਹੈ ਉਸ ਨੇ ਹੀ ਪ੍ਰਕਾਸ਼ ਕਰਨਾ ਹੈ, ਉਹਨੇ ਹੀ ਚਾਨਣਾ ਦੇਣਾ। ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਕਿ ਜਿਸ ਪ੍ਰਲੋਕ ਜਮ ਰਸਤੇ ਦੇ ਉੱਤੇ ਤੇਰਾ ਉੱਥੇ ਕੋਈ ਵੀ ਸੰਗੀ ਸਾਥੀ ਨਹੀਂ ਹੋਊਗਾ, ਕੋਈ ਜਾਣ ਪਛਾਣ ਵਾਲਾ ਨਹੀਂ ਹੋਊਗਾ, ਪਰ ਨਾਮ ਦੀ ਤੇਰੇ ਨਾਲ ਜਾਣ ਪਛਾਣ ਹੋਏਗੀ। ਨਾਮ ਤੇਰੀ ਗਵਾਹੀ ਦੇਗਾ। ਉਹ ਗੁਰੂ ਦਾ ਜਿਹੜਾ ਨਾਮ ਹੈ ਉਹ ਤੇਰੇ ਨਾਲ ਗਵਾਹ ਹੋਏਗਾ। ਜੈ ਮਹਾਂ ਭਿਆਨ ਤਪਤ ਬਹੁ ਘਾਮ, ਤਹਿ ਹਰ ਕੇ ਨਾਮ ਕੀ ਤੁਮ ਉੱਪਰ ਛਾਂ। ਜਦੋਂ ਉੱਥੇ ਤੈਨੂੰ ਜਿਹੜਾ ਹੈ ਤਪਸ਼ ਗਰਮੀ ਦੀ ਮਹਿਸੂਸ ਹੋਵੇਗੀ ਤਾਂ ਉਸ ਵੇਲੇ ਤੇਰੇ ਉੱਤੇ ਜਿਹੜੇ ਨਾਮ ਦੀ ਹੀ ਛਾਂ ਹੋਵੇਗੀ। ਜਿਵੇਂ ਕਿ ਅਸੀਂ ਗਰਮੀ ਦੇ ਵਿੱਚ ਦਰਖਤ ਦੀ ਛਾਂ ਹੁੰਦੀ, ਮਹਾਰਾਜ ਕਹਿੰਦੇ ਕਿ ਨਾਮ ਨੇ ਤੇਰੇ ਉੱਤੇ ਛਾਂ ਕਰਨੀ ਹੈ। ਜਹਾਂ ਤ੍ਰਿਖਾ ਮਨ ਤੁਝ ਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਆਹ ਗੱਲ ਸਮਝਣ ਵਾਲੀ ਸਾਧ ਸੰਗਤ ਕਿ ਮਹਾਰਾਜ ਕਥਨ ਕਰਦੇ ਨੇ ਕਿ ਭਾਈ ਪ੍ਰਲੋਕ ਜਮ ਰਸਤੇ 'ਤੇ ਜਦੋਂ ਤੈਨੂੰ ਭੁੱਖ ਲੱਗੂਗੀ ਨਾ ਉੱਥੇ ਤੇਰੇ ਨਾਲ ਨਾਮ ਹੀ ਦੀ ਵਰਖਾ ਹੋਊਗੀ ਅਤੇ ਉਹ ਨਾਮ ਨੇ ਤੇਰੀ ਪਿਆਸ ਮਿਟਾਉਣੀ ਹੈ। ਸੋ ਸਾਧ ਸੰਗਤ ਜੀ ਇਹ ਜਿਹੜੇ ਦੁਨਿਆਵੀ ਪਦਾਰਥ ਆ ਉਹ ਤਾਂ ਇੱਥੇ ਰਹਿ ਜਾਣੇ ਆ। ਇਸੇ ਕਰਕੇ ਸਾਨੂੰ ਜਿਹੜਾ ਹੈ ਪਾਤਸ਼ਾਹ ਜੀ ਬਾਰ-ਬਾਰ ਗੁਰਬਾਣੀ ਦੇ ਵਿੱਚ ਸਮਝਾਉਂਦੇ ਹੈ ਕਿ ਭਲਿਆ ਜਿਹੜਾ ਤੇਰਾ ਉਧਾਰ ਹੈ ਨਾ ਉਹ ਨਾਮ ਨੇ ਕਰਨਾ ਹੈ, ਹੋਰ ਕਿਸੇ ਚੀਜ਼ ਨੇ ਨਹੀਂ ਕਰਨਾ। ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਸੋ ਇਸ ਵਾਸਤੇ ਸਾਧ ਸੰਗਤ ਜੇਕਰ ਕੋਈ ਸਾਡਾ ਪਿੱਤਰ ਸਰੀਰ ਸੂਖਸ਼ਮ ਸਰੀਰ ਭਾਵ ਕੇ ਰਸਤੇ ਦੇ ਵਿੱਚ ਵੀ ਹੈ ਜਾਂ ਸੰਸਾਰ 'ਤੇ ਵੀ ਰਹਿ ਗਿਆ ਹੈ, ਉਹਦਾ ਉਧਾਰ ਨਹੀਂ ਹੋਇਆ ਅਤੇ ਉਹਦਾ ਉਧਾਰ ਕੇਵਲ ਜਿਹੜੇ ਹੈ ਉਹ ਗੁਰਬਾਣੀ ਕਰ ਸਕਦੀ ਹੈ ਅਤੇ ਨਾਮ ਕਰ ਸਕਦਾ, ਕੋਈ ਵੀ ਬੰਦਾ ਨਹੀਂ ਕਰ ਸਕਦਾ। ਇਸ ਵਾਸਤੇ ਅਸੀਂ ਇਹ ਕਰਮਕਾਂਡ ਦੇ ਵਿੱਚ ਨਾ ਪਈਏ। ਪਰ ਇਹਦੇ ਵਿੱਚ ਕੀ ਹੁੰਦਾ ਕਿ ਇਹ ਜਿਵੇਂ ਪਿੱਤਰ ਨੂੰ ਕਹਿੰਦੇ ਆ ਜਾਂ ਕੋਈ ਹੋਰ ਜਿਹੜੇ ਦੋਸ਼ ਕਹਿੰਦੇ ਆ, ਉਹਨਾਂ ਦੇ ਇਹ ਜਿਹੜੇ ਸਾਧ ਸੰਗਤ ਲੱਛਣ ਹੁੰਦੇ ਆ, ਉਹਨਾਂ ਲੱਛਣਾਂ ਤੋਂ ਜਿਹੜਾ ਪਤਾ ਲੱਗ ਜਾਇਆ ਕਰਦਾ ਵੀ ਕੀ ਸਮੱਸਿਆ ਹੈ। ਜਿਵੇਂ ਕਿ ਆਮ ਆਪਾਂ ਵੇਖਦੇ ਹਾਂ ਕਿ ਪੁਰਾਣੇ ਕੋਈ ਜਿਹੜੇ ਵੱਡ ਵਡੇਰੇ ਬਜ਼ੁਰਗ ਨੇ ਮਤਾਂ ਕੋਈ ਦਾ ਕਲਿਆਣ ਨਹੀਂ ਹੋਈ ਅਤੇ ਸੁਪਨੇ ਦੇ ਵਿੱਚ ਆ ਕੇ ਸਾਨੂੰ ਵਾਰ-ਵਾਰ ਮਿਲਦੇ ਆ ਅਤੇ ਉੱਥੋਂ ਸਾਨੂੰ ਸੰਕੇਤ ਮਿਲਦਾ ਵੀ ਸ਼ਾਇਦ ਇਹਦੀ ਗਤੀ ਨਹੀਂ ਹੋਈ। ਅਤੇ ਇਹ ਤਾਂ ਸਾਧ ਸੰਗਤ ਸਾਨੂੰ ਪਤਾ ਕਿ ਜਿਹੜਾ ਬੰਦਾ ਨਗੁਰਾ ਮਰਿਆ ਹੈ, ਜਿਹਨੇ ਸਾਰੀ ਉਮਰ ਸ਼ਰਾਬਾਂ ਪੀਤੀਆਂ, ਮਾੜੇ ਕੰਮ ਕੀਤੇ ਹੈ, ਅਤੇ ਸਾਧ ਸੰਗਤ ਉਹਦੀ ਗਤ ਕਲਿਆਣ ਕਿੱਥੋਂ ਹੋਣੀ ਹੈ। ਅਤੇ ਗਾਤੀ ਕਲਿਆਣ ਅਤੇ ਸਾਧ ਸੰਗਤ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਗੁਰੂ ਨੇ ਮੁਕਤੀ ਦੇਣੀ। ਅਤੇ ਜਦੋਂ ਅਸੀਂ ਗੁਰੂ ਵਾਲੇ ਬਣੇ ਨਹੀਂ ਅਤੇ ਮੁਕਤੀ ਸਾਡੀ ਕਾਹਦੇ ਨਾਲ ਹੋ ਜਾਣੀ ਅਤੇ ਸਾਡਾ ਛੁਟਕਾਰਾ ਕਾਹਦੇ ਨਾਲ ਹੋ ਜਾਣਾ। ਸੋ ਉਹਨਾਂ ਦੇ ਜਿਹੜਾ ਅਸੀਂ ਕਹਿੰਦੇ ਹਾਂ ਵੀ ਪਿੱਤਰ ਆ, ਉਹਨਾਂ ਦੇ ਉਧਾਰ ਦੇ ਵਾਸਤੇ ਸਾਧ ਸੰਗਤ ਜੀ ਅਸੀਂ ਗੁਰਮਤ ਅਨੁਸਾਰ ਅਖੰਡ ਪਾਠ ਕਰਵਾ ਸਕਦੇ ਹਾਂ। ਉਹਨਾਂ ਦੇ ਨਿਮਿੱਤ ਇਹ ਗੁਰਮਤ ਅਨੁਸਾਰ ਜਾਇਜ਼ ਹੈ, ਨਜਾਇਜ਼ ਨਹੀਂ, ਕਿਉਂਕਿ ਗੁਰਬਾਣੀ ਉਧਾਰ ਕਰ ਸਕਦੀ ਹੈ। ਗੁਰੂ ਜਿਹੜਾ ਨਾ ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਬਖਸ਼ਿੰਦ ਦਾ ਜੇਕਰ ਅਸੀਂ ਨਿਮਰਤਾ ਸਹਿਤ ਪਰਿਵਾਰ ਸੰਗਤ ਬੇਨਤੀ ਕਰੇ ਕਿ ਮਹਾਰਾਜ ਕਿਰਪਾ ਕਰੋ ਤੁਸੀਂ ਹੁਣ, ਅਤੇ ਸਾਧ ਸੰਗਤ ਜੀ ਉਹਨੂੰ ਮੁਕਤੀ ਤਾਂ ਨਹੀਂ ਮਿਲਣੀ, ਇਸ ਗੱਲ ਦੀ ਗਰੰਟੀ ਹੈ। ਕਿਉਂਕਿ ਮੁਕਤੀ ਤਾਂ ਨਾਮ ਜਪ ਕੇ ਮਿਲਣੀ, ਜੇਕਰ ਬੰਦਾ ਖੁਦ ਜਪੇ। ਅਤੇ ਉਸ ਜੀਵ ਆਤਮਾ ਦਾ ਕੀ ਹੋਏਗਾ ਸਾਧ ਸੰਗਤ, ਉਹਦਾ ਸਿਰਫ ਇੰਨਾ ਹੋ ਸਕਦਾ ਕਿ ਗੁਰੂ ਸਾਹਿਬ ਉਹਨੂੰ ਉਹਦਾ ਲੇਖਾ ਕਰਵਾ ਦੇਣਗੇ ਧਰਮਰਾਜ ਤੋਂ, ਕਰਮਾਂ ਦੇ ਅਨੁਸਾਰ ਉਹਨੂੰ ਅਗਲੀ ਜੂਨੀ ਮਿਲ ਜਾਏਗੀ। ਕਿਉਂਕਿ ਜਿਹੋ ਜਿਹੇ ਉਹਨੇ ਕਰਮ ਕੀਤੇ ਹੈ ਉਹੋ ਜਿਹਾ ਉਹਨੂੰ ਫਲ ਮਿਲ ਜਾਊਗਾ। ਗੁਰੂ ਸਾਹਿਬ ਉਹਨੂੰ ਇੰਨੀ ਕਿਰਪਾ ਕਰ ਦੇਣਗੇ
ਕਿ ਉਹਦਾ ਜਿਹੜਾ ਨਾ ਲੇਖਾ ਕਰਵਾ ਦੇਣਗੇ। ਉਹ ਸੰਸਾਰ 'ਤੇ ਨਹੀਂ ਰਹੇਗਾ, ਉਹਨੂੰ ਅਗਲੀ ਜੂਨ ਮਿਲ ਜਾਏਗੀ, ਧਰਮਰਾਜ ਉਹਦਾ ਲੇਖਾ ਕਰ ਦਊਗਾ। ਇਸ ਵਾਸਤੇ ਸਾਧ ਸੰਗਤ ਜੀ ਉਹਦੇ ਨਿਮਿੱਤ ਅਸੀਂ ਅਖੰਡ ਪਾਠ ਕਰਵਾ ਸਕਦੇ ਹਾਂ। ਕਿਉਂਕਿ ਸਹਿਜ ਪਾਠ ਅਸੀਂ ਰეკਮੈਂਡ ਤਾਂ ਨਹੀਂ ਕਰਦੇ, ਕਿਉਂਕਿ ਸਹਿਜ ਪਾਠ ਜਿਹੜਾ ਇਹ ਤੇ ਹੁੰਦਾ ਇਹ ਸਹਿਜ ਨਾਲ ਪੜ੍ਹਨ ਵਾਸਤੇ, ਵਿਚਾਰਨ ਵਾਸਤੇ ਅਤੇ ਸੰਥਿਆ ਕਰਨ ਵਾਸਤੇ। ਅਸਲ ਜਿਹੜੀ ਚੀਜ਼ ਹੈ ਉਹ ਹੈ ਅਖੰਡ ਪਾਠ ਹੀ। ਕਿਉਂਕਿ ਅਖੰਡ ਪਾਠ ਦਾ ਮਤਲਬ ਹੈ ਕਿ ਜਦੋਂ ਇੱਕ ਵਾਰੀ ਆਰੰਭ ਹੋ ਗਿਆ ਅਤੇ ਫਿਰ ਸਾਧ ਸੰਗਤ ਜੀ ਅਸੀਂ ਭੋਗ ਪਾ ਕੇ ਹੀ ਸਮਾਪਤੀ ਕਰਦੇ ਹਾਂ। ਉਹਦਾ ਫਲ ਜਿਹੜਾ ਇੱਕ ਅਸ਼ਵਮੇਧ ਯੱਗ ਦੇ ਫਲ ਦੇ ਬਰਾਬਰ ਹੈ। ਅਤੇ ਇਸ ਵਾਸਤੇ ਅਖੰਡ ਪਾਠ ਕਰਵਾਉਣਾ ਚਾਹੀਦਾ ਮ੍ਰਿਤਕ ਪ੍ਰਾਣੀ ਦੇ ਨਿਮਿੱਤ। ਕਿਉਂਕਿ ਜੇਕਰ ਕੋਈ ਸਾਡੇ ਤੋਂ ਸ਼ੁੱਧ ਪਾਠ ਨਾ ਹੋ ਸਕੇ ਤਾਂ ਹੋ ਸਕਦਾ ਇਸ ਕਰਕੇ ਉਹਨੂੰ ਫਲ ਨਾ ਮਿਲਿਆ ਹੋਵੇ, ਪਹੁੰਚਿਆ ਹੋਵੇ। ਇਸ ਵਾਸਤੇ ਅਸੀਂ ਆਪਣੇ ਪਿੱਤਰ ਦੇ ਪ੍ਰਤੀ, ਆਪਣੇ ਕਹਿ ਸਕਦੇ ਹਾਂ ਬਜ਼ੁਰਗ, ਮਾਤਾ, ਵੱਡ ਵਡੇਰਾ ਕੋਈ ਸਾਡੇ ਪਰਿਵਾਰ 'ਚ, ਉਹਦੇ ਨਿਮਿੱਤ ਅਸੀਂ ਜਿਹੜਾ ਅਖੰਡ ਪਾਠ ਕਰਵਾ ਸਕਦੇ ਹਾਂ। ਜੇਕਰ ਸਾਡੀ ਸਮਰੱਥਾ ਅਖੰਡ ਪਾਠ ਕਰਾਉਣ ਦੀ ਨਹੀਂ ਅਤੇ 50 ਪਾਠ ਜਿਹੜੇ ਆ ਸੁਖਮਨੀ ਸਾਹਿਬ ਦੇ ਕਰ ਸਕਦੇ ਹਾਂ, ਜਾਂ ਫਿਰ 250 ਪਾਠ ਜਪਜੀ ਸਾਹਿਬ ਕਰਕੇ ਸਾਧ ਸੰਗਤ ਜੀ ਅਸੀਂ ਖੁਦ ਵੀ ਉਹਦੇ ਨਿਮਿੱਤ ਅਰਦਾਸ ਕਰ ਸਕਦੇ ਹਾਂ। ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰ ਸਕਦੇ, ਮਹਾਰਾਜ ਇਤਨਾ ਜਿਹੜਾ ਜੋ ਵੀ ਮੈਂ ਜਾਪ ਕੀਤਾ ਇਹਦਾ ਫਲ ਜਿਹੜਾ ਸਾਡੇ ਪਿੱਤਰ ਨੂੰ, ਸਾਡੇ ਵੱਡ ਵਡੇਰੇ ਨੂੰ ਜਿਹੜਾ ਪਹੁੰਚਣਾ ਚਾਹੀਦਾ। ਸੋ ਇਸ ਤਰੀਕੇ ਸਾਧ ਸੰਗਤ ਜੀ ਉਸ ਦੀ ਗਤ ਕਲਿਆਣ ਜਿਹੜੀ ਹੋ ਸਕਦੀ ਹੈ। ਇਹੀ ਹੈ ਤਰੀਕਾ। ਕਿਉਂਕਿ ਮਹਾਰਾਜ ਕਥਨ ਕਰਦੇ ਨੇ, ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਈ ਉਧਾਰੋ। ਇਹ ਨਾਮ ਨੇ ਸਾਧ ਸੰਗਤ ਜੀ ਉਧਾਰ ਕਰਨਾ, ਹੋਰ ਕਿਸੇ ਦੇ ਕੋਲ ਕੋਈ ਸਮਰੱਥਾ ਨਹੀਂ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਕਬੀਰ ਇਸ ਜਗ ਮੈਂ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਇਹ ਸਾਧ ਸੰਗਤ ਜੀ ਮੁਕਤੀ ਤੇ ਪ੍ਰਮਾਤਮਾ ਨੇ ਦੇਣੀ ਹੈ ਅਤੇ ਗੁਰੂ ਨੇ ਦੇਣੀ। ਆਪ ਮੁਕਤ ਮੋਹਿ ਤਾਰੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਸੋ ਹੋਰ ਕੋਈ ਵੀ ਕਿਸੇ ਨੂੰ ਕੋਈ ਮੁਕਤੀ ਨਹੀਂ ਦੇ ਸਕਦਾ। ਹੋਰ ਤਾਂ ਕੋਈ ਸਿਰਫ ਕੇਵਲ ਇੰਝ ਕਹਿ ਸਕਦੇ ਵੀ ਸਾਰੇ ਰਾਹਗੀਰਾ ਰਸਤਾ ਦੱਸ ਸਕਦੇ, ਮਾਰਗ ਦਰਸ਼ਨ ਕਰ ਸਕਦੇ ਆ। ਸੋ ਸਾਧ ਸੰਗਤ ਜੀ ਇਸ ਵਾਸਤੇ ਮੁਕਤੀ ਜਿਹੜੀ ਆ ਉਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਅਤੇ ਨਾ ਕੋਈ ਦੇ ਸਕਦਾ। ਹਾਂ, ਜੇ ਕੋਈ ਮਨੁੱਖ ਖੁਦ ਉਦਮ ਕਰੂਗਾ, ਸੇਵਾ ਕਰਕੇ, ਭਗਤੀ ਕਰਕੇ, ਉਹ ਮੁਕਤੀ ਪ੍ਰਾਪਤ ਕਰ ਸਕਦਾ। ਇਹ ਸਰੀਰ ਸਾਨੂੰ ਮੁਕਤੀ ਵਾਸਤੇ ਹੀ ਮਿਲਿਆ ਹੈ। ਪਰ ਜੇਕਰ ਅਸੀਂ ਗੁਰੂ ਦਾ ਬਚਨ ਨਹੀਂ ਕਮਾਇਆ, ਅਸੀਂ ਹੁਕਮ ਨਹੀਂ ਮੰਨਿਆ, ਆਪਣੀਆਂ ਮਨਮਰਜ਼ੀਆਂ ਕਰਕੇ ਸੰਸਾਰ ਤੋਂ ਤੁਰ ਜਾਵਾਂਗੇ ਅਤੇ ਸਾਧ ਸੰਗਤ ਜੀ ਫਿਰ ਸਾਡੀ ਕੋਈ ਗਤ ਕਲਿਆਣ ਨਹੀਂ ਹੋਣੀ। ਅਤੇ ਕੇਵਲ ਨਾਮ ਹੀ ਸਹਾਇਕ ਹੋ ਸਕਦਾ। ਗੁਰੂ ਸਾਹਿਬ ਕਿਰਪਾ ਕਰ ਸਕਦੇ ਆ, ਕਿਉਂਕਿ ਗੁਰੂ ਸਾਹਿਬ ਸਮਰੱਥ ਹੈ। ਅਤੇ ਅਸੀਂ ਕੇਵਲ ਨਿਮਾਣੇ ਨਿਤਾਣੇ ਹੋ ਕੇ ਬੇਨਤੀ ਕਰ ਸਕਦੇ ਹਾਂ, ਪਰਿਵਾਰ ਰੂਪ ਦੇ ਵਿੱਚ, ਸੰਗਤ ਰੂਪ ਦੇ ਵਿੱਚ, ਅਤੇ ਅਸੀਂ ਇਕੱਲੇ ਵੀ ਕਰ ਸਕਦੇ ਹਾਂ। ਜੋ ਅਸੀਂ ਕਰ ਸਕਦੇ ਹਾਂ, ਜੋ ਸਾਡੇ ਤੋਂ ਹੋ ਸਕਦਾ ਉਹ ਸਾਨੂੰ ਕਰਨਾ ਚਾਹੀਦਾ। ਸੋ ਇਹ ਹੈ ਸਾਧ ਸੰਗਤ ਜੀ ਜਿਹੜੀ ਵਿਚਾਰ ਆਪ ਜੀ ਨੇ ਸਾਂਝੀ ਕੀਤੀ ਹੈ। ਸੋ ਹੁਣ ਥੋੜ੍ਹੀ ਜਿਹੀ ਵਿਚਾਰ ਸੰਖੇਪ ਰੂਪ ਦੇ ਵਿੱਚ ਕਿ ਸਾਧ ਸੰਗਤ ਜੀ ਇਹ ਜਿਹੜੇ ਸ਼ਰਾਧ ਹਨ, ਇਹ ਹਿੰਦੂ ਮਤ ਅਨੁਸਾਰ ਪੁਰਾਤਨ ਸਨਾਤਨ, ਇਹ ਉਸ ਧਰਮ ਦਾ ਜਿਹੜਾ ਹੈ ਇੱਕ ਜਿਹੜੀ ਇਹ ਮਰਿਆਦਾ ਹੈ, ਉਹਨਾਂ ਦਾ ਜਿਹੜਾ ਇੱਕ ਦਿਹਾੜਾ ਹੈ ਸ਼ਰਾਧ। ਸਿੱਖ ਧਰਮ ਨਾਲ ਇਹਦਾ ਕੋਈ ਸੰਬੰਧ ਨਹੀਂ। ਦੂਸਰੀ ਚੀਜ਼ ਜਿਹੜੇ ਪਿੱਤਰ ਆ, ਜੇਕਰ ਸਾਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ, ਸਾਨੂੰ ਕੋਈ ਵੱਡ ਵਡੇਰਾ ਪਰਿਵਾਰ ਦਾ ਬਜ਼ੁਰਗ ਜਾਂ ਕੋਈ ਵੀ ਘਰ ਦਾ ਜਿਹੜਾ ਮੈਂਬਰ ਜਿਹੜਾ ਸੰਸਾਰ ਤੋਂ ਚਲਿਆ ਗਿਆ ਹੋਵੇ, ਮ੍ਰਿਤਕ ਪ੍ਰਾਣੀ, ਉਹ ਸਾਨੂੰ ਦਿਸਦਾ ਹੈ ਅਤੇ ਹੋ ਸਕਦਾ ਕਿ ਉਹਦੀ ਰੂਹ ਜਿਹੜੀ ਹੈ, ਜੀਵਾਤਮਾ, ਸੂਖਸ਼ਮ ਸਰੀਰ ਇੱਥੇ ਭਟਕਦਾ ਹੋਵੇ, ਉਹਦੀ ਗਤ ਕਲਿਆਣ ਵਾਸਤੇ ਫਿਰ ਜਿਹੜਾ ਅਸੀਂ ਇਹ ਅਖੰਡ ਪਾਠ ਕਰਾ ਸਕਦੇ ਹਾਂ। ਉਹਦੇ ਨਿਮਿੱਤ ਜਿਹੜਾ ਸੁਖਮਨੀ ਸਾਹਿਬ, ਜਪਜੀ ਸਾਹਿਬ ਦੇ ਜਾਪ ਕਰ ਸਕਦੇ ਹਾਂ। ਗੱਲ ਇੱਕ ਹੀ ਹੈ, ਸਹਿਜ ਪਾਠ ਵੀ ਕਰ ਸਕਦੇ ਹਾਂ, ਕੋਈ ਏਡੀ ਗੱਲ ਨਹੀਂ। ਪਰ ਸਾਧ ਸੰਗਤ ਜੀ ਜਿੰਨੇ ਵੀ ਜਾਪ ਕਰਨਾ ਹੈ, ਸ਼ਰਧਾ ਭਾਵਨਾ ਰੱਖ ਕੇ, ਗੁਰੂ ਦੇ ਭਰੋਸਾ ਰੱਖ ਕੇ, ਕਿਉਂਕਿ ਪਾਤਸ਼ਾਹ ਜੀ ਨੂੰ ਅਸੀਂ ਬੇਨਤੀ ਕਰ ਸਕਦੇ ਹਾਂ, ਖਸਮੇ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਨਿਮਾਣੇ ਨਿਤਾਣੇ ਹੋ ਕੇ ਬੇਨਤੀ ਕਰ ਸਕਦੇ ਹਾਂ। ਅੱਗੋਂ ਉਹਦੀ ਮਰਜ਼ੀ ਹੈ ਪ੍ਰਵਾਨ ਕਰਨੀ ਜਾਂ ਨਹੀਂ ਕਰਨੀ, ਕਿਉਂਕਿ ਗੁਰੂ ਜਾਂ ਪਰਮੇਸ਼ਰ ਨਾਲ ਅਸੀਂ ਧੱਕਾ ਤਾਂ ਨਹੀਂ ਕਰ ਸਕਦੇ, ਅਸੀਂ ਬੇਨਤੀ ਕਰ ਸਕਦੇ ਹਾਂ। ਅਤੇ ਜੇ ਗੱਲ ਕਰੀਏ ਧੱਕੇ ਦੀ, ਤਾਂ ਜਿਵੇਂ ਫਿਰ ਤਗੜੇ ਲੋਕ ਜਿਹੜੇ ਹੈ
ਅਤੇ ਜਿੰਨੀ ਉਹਨਾਂ ਦੇ ਕੋਲ ਮਾਇਆ ਉਹ ਤੇ ਜਿੰਨੇ ਮਰਜ਼ੀ ਫਿਰ ਮਾੜੇ ਕਰਮ ਕਰਕੇ ਸਾਧ ਸੰਗਤ ਜੀ ਖੰਡ ਪਾਠ ਕਰਾ ਲੈਣਗੇ ਅਤੇ ਆਪਦੀ ਮੁਕਤੀ ਕਰਾ ਲੈਣਗੇ, ਅਤੇ ਫਿਰ ਤਾਂ ਮਾੜੇ ਬੰਦੇ ਰਹਿ ਜਾਣਗੇ ਸਾਰੇ ਨਰਕਾਂ ਵਾਸਤੇ, ਤਗੜੇ ਬੰਦੇ ਤਾਂ ਸਾਰੇ ਫਿਰ ਮੁਕਤ ਹੋ ਜਾਣਗੇ ਅਤੇ ਸਵਰਗਾਂ ਨੂੰ ਚਲੇ ਜਾਣਗੇ। ਇਹ ਸਾਧ ਸੰਗਤ ਜੀ ਵਿਧਾਨ ਨਹੀਂ। ਪੂਰਾ ਨਿਉ ਕਰੇ ਕਰਤਾਰ, ਇਹ ਤਾਂ ਸਾਧ ਸੰਗਤ ਜੀ ਮਹਾਰਾਜ ਕਥਨ ਕਰਦੇ ਕਿ ਦੱਦੈ ਦੋਸ਼ ਨ ਦਿਉ ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨਾ। ਇਹ ਤਾਂ ਕੁਝ ਇਹੋ ਜਿਹੇ ਕਰਮ ਕਰੂਗਾ ਸਾਧ ਸੰਗਤ ਜੀ ਉਹਨੂੰ ਉਹੋ ਜਿਹਾ ਫਲ ਮਿਲਣਾ ਹੈ। ਇਹ ਸੰਸਾਰ ਦੇ ਉੱਤੇ ਜਿਹੜਾ ਜੀਵ ਸੁਤੰਤਰ ਹੈ, ਕਰਮ ਕਰਨ ਦੇ ਵਿੱਚ ਆਜ਼ਾਦ ਹੈ। ਜਿਹੋ ਜਿਹੇ ਕੋਈ ਅਸੀਂ ਕਰਮ ਕਰਾਂਗੇ ਉਹੋ ਜਿਹਾ ਸਾਨੂੰ ਫਲ ਮਿਲ ਜਾਏਗਾ। ਸੋ ਰਹੋ ਵਿਚਾਰ, ਇਹ ਸੀ ਵਿਚਾਰ ਸਾਧ ਸੰਗਤ ਜੀ। ਸੋ ਹਰ ਕੋਈ ਜਿਹੜਾ ਹੈ ਮਹਾਰਾਜ ਨੇ ਦੁਨੀਆ 'ਤੇ ਜਿਹਨੂੰ ਭੇਜਿਆ ਉਹਨੂੰ ਮੱਤ ਬੁੱਧ ਬਖਸ਼ਿਸ਼ ਕੀਤੀ ਹੈ। ਸੋ ਆਪਣੀ ਮੱਤ ਬੁੱਧ ਅਨੁਸਾਰ ਮਹਾਰਾਜ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਹੋਏ ਤੇਤੀ। ਸੋ ਸਾਧ ਸੰਗਤ ਜੀ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਜਿਹਨੂੰ ਕਿਸੇ ਨੂੰ ਸੋਝੀ ਦੇ ਦੇਵੇ। ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਰੱਬ ਨੂੰ ਵੀ ਨਹੀਂ ਮੰਨਦੇ, ਗੁਰੂ ਨੂੰ ਵੀ ਮਾੜਾ ਕਹਿੰਦੇ ਆ, ਗੁਰੂ ਦੀ ਵੀ ਨਿੰਦਿਆ ਕਰਦੇ, ਸੰਤਾਂ ਮਹਾਂਪੁਰਸ਼ਾਂ ਦੀ ਵੀ ਨਿੰਦਿਆ ਕਰਦੇ। ਅਤੇ ਬਹੁਤ ਸਾਰੇ ਲੋਕ ਆ ਜਿਹੜੇ ਰੱਬ ਨੂੰ ਵੀ ਮੰਨਦੇ ਆ ਅਤੇ ਗੁਰੂ ਨੂੰ ਵੀ ਮੰਨਦੇ, ਸੰਤਾਂ ਮਹਾਂਪੁਰਸ਼ਾਂ ਨੂੰ ਵੀ ਮੰਨਦੇ ਆ, ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸੋ ਇਹ ਤਾਂ ਸਾਧ ਸੰਗਤ ਜੀ ਇੱਕ ਪ੍ਰਮਾਤਮਾ ਦਾ ਖੇਲ ਰਚਾਇਆ ਹੈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ। ਇਸ ਵਾਸਤੇ ਜਿਹੜਾ ਇਹ ਤਾਂ ਸੰਸਾਰ ਇਸ ਤਰ੍ਹਾਂ ਹੀ ਚੱਲਦਾ ਆ ਅਤੇ ਇਸ ਤਰ੍ਹਾਂ ਹੀ ਚੱਲਣਾ, ਕਿਉਂਕਿ ਸੰਸਾਰ ਜਿਹੜਾ ਪ੍ਰਮਾਤਮਾ ਨੇ ਬਣਾਇਆ ਹੈ ਇਹਦਾ ਜਿਹੜਾ ਮੂਲ ਆਧਾਰ ਹੀ ਜਿਹੜਾ ਕਹਿ ਸਕਦੇ ਹਾਂ ਸੱਚ ਝੂਠ ਹੈ, ਨਿੰਦਿਆ ਚੁਗਲੀ ਹੈ, ਪਾਪ ਪੁੰਨ ਹੈ, ਚੰਗਾ ਮਾੜਾ, ਜੋ ਵੀ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਰੱਬ ਨੇ ਜੋੜਾ ਜੋੜਾ ਬਣਾਈ ਹੈ। ਦਿਨ ਅਤੇ ਰਾਤ ਹੈ, ਇਸੇ ਤਰ੍ਹਾਂ ਹੀ ਹਰ ਚੀਜ਼ ਜਿਹੜੀ ਬਣਾਈ ਪ੍ਰਮਾਤਮਾ ਨੇ। ਇਹ ਸੰਸਾਰ 'ਤੇ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ। ਅਤੇ ਸਾਡੇ ਜਾਣ ਨਾਲ ਜਿਵੇਂ ਕਹਿੰਦੇ ਅਸਮਾਨ 'ਚੋਂ ਤਾਰਾ ਟੁੱਟਣ ਨਾਲ ਕੁਝ ਨਹੀਂ ਹੁੰਦਾ, ਅਸਮਾਨ ਨਹੀਂ ਖਤਮ ਹੋ ਜਾਂਦਾ, ਅਤੇ ਸਾਡੇ ਜਾਣ ਨਾਲ ਕੁਝ ਵੀ ਨਹੀਂ ਹੋਣਾ। ਸੰਸਾਰ ਦਾ ਇਹ ਚੱਲਦਾ ਹੀ ਰਹਿਣਾ। ਸਾਡੇ ਤੋਂ ਪਹਿਲਾਂ ਵੀ ਇਹ ਸੰਸਾਰ ਚੱਲਦਾ ਹੈ, ਸਾਡੇ ਤੋਂ ਮਗਰੋਂ ਵੀ ਚੱਲਦਾ ਰਹਿਣਾ। ਪਰ ਇਹ ਸਾਨੂੰ ਮੌਕਾ ਮਿਲਿਆ, ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਇਹ ਹੁਣ ਸਾਧ ਸੰਗਤ ਜੀ ਆਪਣਾ ਚੰਗਾ ਮਾੜਾ ਅਸੀਂ ਖੁਦ ਸੋਚਣਾ ਹੈ ਅਤੇ ਖੁਦ ਵਿਚਾਰਨਾ ਕਿ ਮਰ ਕੇ ਸਾਡੇ ਅਸੀਂ ਵੀ ਉਹ ਜਿਹੜਾ ਸਾਡਾ ਸੂਖਸ਼ਮ ਭਟਕਦਾ ਰਿਹਾ ਇੱਥੇ ਜੀਵਾਤਮਾ, ਅਤੇ ਸਾਧ ਸੰਗਤ ਜੀ ਫਿਰ ਅਸੀਂ ਵੀ ਤਰਲੇ ਪਾਉਣੇ ਆ ਕਿਸੇ ਨਾ ਕਿਸੇ ਦੇ ਅੱਗੇ, ਅਤੇ ਪਰਿਵਾਰ ਅੱਗੇ ਵੀ ਸਾਨੂੰ ਹੁਣ ਬੇਨਤੀ ਕਰਾਓ ਅਤੇ ਸਾਡਾ ਛੁਟਕਾਰਾ ਕਰਾਓ। ਅਤੇ ਸੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਹੀ ਨਾ ਕਰੋ, ਐਸਾ ਕੰਮ ਮੂਰੇ ਨ ਕੀਚਾ ਹੈ ਜਿਤ ਅੰਤ ਪਛੋਤਾਈ ਹੈ। ਇਸ ਵਾਸਤੇ ਇਹਨਾਂ ਕਰਮਕਾਂਡ ਦੇ ਵਿੱਚ ਨਾ ਪਈਏ ਅਤੇ ਸਾਧ ਸੰਗਤ ਜੀ ਗੁਰਬਾਣੀ ਦੇ ਲੜ ਲੱਗੀਏ। ਅਤੇ ਮਹਾਰਾਜ ਕਥਨ ਕਰਦੇ ਨੇ ਸੋਧਤ ਸੋਧ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਮਹਾਰਾਜ ਕਹਿੰਦੇ ਭਾਈ ਤੁਹਾਨੂੰ ਸੋਧ ਸਾਧ ਕੇ ਵਿਚਾਰ ਕੇ ਗੱਲ ਦੱਸ ਦਿੱਤੀ ਹੈ ਅਤੇ ਸਮਝਾ ਦਿੱਤੀ ਕਿ ਭਾਈ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਅਤੇ ਮਹਾਰਾਜ ਕਹਿੰਦੇ ਨਾਨਕ ਕੇ ਘਰ ਕੇਵਲ ਨਾਮ, ਗੁਰੂ ਨਾਨਕ ਦੇ ਘਰ ਦੇ ਵਿੱਚ ਅਤੇ ਸਾਧ ਸੰਗਤ ਜੀ ਨਾਮ ਦੀ ਗੱਲ ਹੈ। ਇਸ ਵਾਸਤੇ ਸਾਧ ਸੰਗਤ ਨਾਮ ਜਪੀਏ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ। ਹਰ ਕਿਸੇ ਨੂੰ ਆਪੋ ਆਪਣਾ ਧਰਮ ਪਿਆਰਾ ਹੈ। ਜਿੱਥੇ ਵੀ ਰੱਬ ਨੇ ਸਾਨੂੰ ਪੈਦਾ ਕਰਤਾ, ਜੇ ਸਾਨੂੰ ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋ ਗਿਆ, ਜੇ ਸਾਨੂੰ ਸਿੱਖ ਧਰਮ ਅਪਣਾ ਲੈਣਾ ਚਾਹੀਦਾ। ਅਤੇ ਜਿਹਦਾ ਜਨਮ ਮੁਸਲਮਾਨਾਂ ਦੇ ਘਰ ਦੇ ਵਿੱਚ ਹੋ ਗਿਆ, ਈਸਾਈਆਂ ਦੇ ਘਰ, ਹਿੰਦੂਆਂ ਦੇ ਘਰ, ਜਿੱਥੇ ਵੀ ਕਿਤੇ ਰੱਬ ਨੇ ਸਾਨੂੰ ਪੈਦਾ ਕਰਤਾ ਉਹ ਸਾਡਾ ਧਰਮ ਹੈ ਅਤੇ ਸਾਨੂੰ ਆਪਣੇ ਧਰਮ ਦੇ ਵਿੱਚ ਹੀ ਪੱਕੇ ਰਹਿਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦਾ ਇਹੀ ਸੰਸਾਰ ਨੂੰ ਔਖਾ ਸੀ ਕਿ ਭਾਈ ਕਿਸੇ ਵੀ ਧਰਮ ਨੂੰ ਮਾੜਾ ਨਾ ਕਹੋ। ਹੁਣ ਇੱਕ ਹੀ ਸਰੀਰ ਦੇ ਅੰਗ ਆ, ਲੱਤਾਂ ਬਾਹਾਂ ਮੂੰਹ ਆ, ਜੋ ਵੀ ਹੈ, ਅਤੇ ਆਪਾਂ ਕਹੀਏ ਵੀ ਇੱਕ ਲੱਤ ਤੇਰੀ ਚੰਗੀ ਹੈ ਅਤੇ ਇੱਕ ਮਾੜੀ ਹੈ, ਅਤੇ ਜਿਹਦੀਆਂ ਉਹ ਲੱਤਾਂ ਅਤੇ ਬਾਹਾਂ ਜਿਹਨੂੰ ਚੰਗਾ ਮਾੜਾ ਕਹਾਂਗੇ ਦੁੱਖ ਤਾਂ ਉਹਨੂੰ ਹੋਏਗਾ। ਇਸ ਵਾਸਤੇ ਕਿਸੇ ਵੀ ਧਰਮ ਦੀ ਜਿਹੜੀ ਨਿੰਦਿਆ ਉਹ ਮਾੜੀ ਹੈ। ਆਪਣੇ ਧਰਮ ਨੂੰ ਚੰਗਾ ਕਹਿਣਾ ਅਤੇ ਦੂਜੇ ਨੂੰ ਮਾੜਾ ਅਤੇ ਨੀਵਾਂ ਵਿਖਾਉਣਾ, ਸਾਧ ਸੰਗਤ ਜੀ ਫਿਰ ਪਾਪਾਂ ਦੇ ਭਾਗੀਦਾਰ ਹੋਵਾਂਗੇ। ਹਰ ਕਿਸੇ ਨੂੰ ਆਪੋ ਆਪਣਾ ਧਰਮ ਪਿਆਰਾ ਅਤੇ ਰੱਬ ਦੇ ਬਣਾਏ ਅਤੇ ਰੱਬ ਦੇ ਚਲਾਏ ਸਾਰੇ ਧਰਮ ਹੈ। ਸੋ ਸਾਰੇ ਚੰਗੇ ਆ, ਮਾੜਾ ਕੋਈ ਵੀ ਨਹੀਂ। ਮਾੜੇ ਅਤੇ ਸਾਧ ਸੰਗਤ ਜੀ ਅਸੀਂ ਹੈ ਜਿਹੜੇ ਕਿਸੇ ਨੂੰ ਮਾੜਾ ਕਹਿੰਦੇ। ਅਤੇ ਮਹਾਰਾਜ ਕਹਿੰਦੇ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਅਤੇ ਮਹਾਰਾਜ ਕਹਿੰਦੇ ਆ ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਸੋ ਭਾਈ ਸੇਵਾ ਭਗਤੀ ਕਰਕੇ ਵੀ ਜਨਾਉਣੀ ਨਹੀਂ ਅਤੇ ਨੀਵਾਂ ਮਨ ਨੀਵਾਂ ਰੱਖਣਾ ਹੈ। ਫਿਰ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ। ਫਿਰ ਸਾਧ ਸੰਗਤ ਜੀ ਦਰਗਾਹ ਦੇ ਵਿੱਚ ਅਸੀਂ ਉੱਚੇ ਹੋਵਾਂਗੇ, ਪ੍ਰਵਾਨ ਹੋਵਾਂਗੇ ਰੱਬ ਦੀ ਦਰਗਾਹ ਦੇ ਵਿੱਚ। ਜੇਕਰ ਅਸੀਂ ਮਾੜੇ ਕਰਮਾਂ ਨੂੰ ਛੱਡਾਂਗੇ ਫਿਰ ਸਾਡੀ ਗਤ ਕਲਿਆਣ ਹੋਣੀ।
ਸੋ ਰਹੋ ਵਿਚਾਰ। ਇਹ ਸੀ ਸਾਧ ਸੰਗਤ ਜੀ ਵਿਚਾਰ ਜਿਹੜੀ ਆਪ ਜੀ ਨੇ ਸਾਂਝੀ ਕੀਤੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜ਼ਰੂਰ ਸਾਡੀਆਂ ਸਾਰਿਆਂ ਦੀ ਸਮਝ ਵਿੱਚ ਆ ਗਈ ਹੈ ਗੱਲ। ਸੋ ਇਸ ਵਾਸਤੇ ਜਿਹੜਾ ਹੈ ਆਪਾਂ ਗੁਰਮਤਿ ਅਨੁਸਾਰ ਹੀ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਨਾ। ਸੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਹੋਰ ਵੀ ਕਿਸੇ ਦਾ ਭਲਾ ਹੋ ਸਕੇ। ਜੇਕਰ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਉਹ ਕਮੈਂਟ ਕਰ ਸਕਦਾ ਹੈ ਅਤੇ ਪੁੱਛ ਵੀ ਸਕਦਾ ਹੈ, ਅਤੇ ਗੁਰਮਤਿ ਅਨੁਸਾਰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਪ ਜੀ ਦੇ ਜਿਹੜੇ ਸਵਾਲ ਹੈ ਉਹ ਗੁਰਮਤਿ ਅਨੁਸਾਰ ਹੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਸੋ ਮਿਲਦੇ ਹਾਂ ਨਵੀਂ ਵੀਡੀਓ, ਨਵੇਂ ਵਿਸ਼ੇ ਅਤੇ ਨਵੀਂ ਵਿਚਾਰ ਦੇ ਨਾਲ। ਹੋਈ ਭੁੱਲ ਚੁੱਕ ਦੀ ਮੁਆਫੀ, ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।